ਧੰਨ ਵਾਹਿਗੁਰੂ ਸਾਹਿਬ ਜੀ। ਮਨ ਤਨ ਬਲਿਹਾਰੀ ਦਰਸਾਰੀ, ਕੋਟ ਕੋਟ ਬੰਦਨ ਨਮਸਕਾਰਾ। ਵਾਰੰਵਾਰ ਜਾਓ ਲਖਵਾਰੀ, ਪੂਰਨ ਪਿਤ ਗੁਰੂ ਰਾਮ ਹਮਾਰਾ। ਏਤੇ ਔਗਨ ਮੋ ਤਨ ਮਾਹੀ, ਰਾਖ ਲਿਹੋ ਪ੍ਰਭ ਸਰਨ ਗਹੀ। ਅਨਕ ਜਨਮ ਕੇ ਵਿਛਰੇ ਮੇਲ ਹੋ, ਪਾਵਨ ਪਤਿਤ ਤਵ ਬਿਰਦ ਕਹੀ। ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਚਵਰ ਸ਼ਵਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਸਰਬ ਕਲਾ ਭਰਪੂਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰੀਏ। ਬੜੀ ਭਾਵਨਾ ਪ੍ਰੇਮ ਸਹਿਤ ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਨਵਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਗੁਰਬਾਣੀ ਦੀ ਵਿਚਾਰ ਕਰਨ ਦੇ ਲਈ ਇਹ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ, ਤਾਂ ਜੋ ਇਸ ਧੁਰ ਕੀ ਬਾਣੀ, ਇਸ ਅਕਾਲੀ ਬਾਣੀ, ਇਸ ਇਲਾਹੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕਰਕੇ ਸੰਸਾਰ ਦੇ ਮਨੁੱਖ ਨੂੰ ਸੁਚੱਜੀ ਜੀਵਨ ਜਾਚ ਮਿਲ ਸਕੇ। ਇਸ ਡੋਲੇ ਹੋਏ ਮਨ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੀ ਟੇਕ ਮਿਲ ਸਕੇ। ਜਿਸ ਪਾਵਨ ਸ਼ਬਦ ਦੀ ਵਿਚਾਰ ਅੱਜ ਆਰੰਭ ਕਰਨੀ ਹੈ, ਉਹ ਸ਼ਬਦ ਆਪ ਜੀ ਨੇ ਸਿੰਘ ਸਾਹਿਬਾਨ ਜੀ ਪਾਸੋਂ ਸਰਵਣ ਕੀਤਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1341 ਨੰਬਰ ਅੰਗ ਦੇ ਉੱਪਰ ਇਹ ਪਾਵਨ ਪਵਿੱਤਰ ਸ਼ਬਦ ਦਰਜ ਹੈ। ਔਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਸਮਝਾਉਂਦੇ ਨੇ ਕਿ ਇਹ ਸੰਸਾਰ ਦੇ ਆ ਬੰਦਿਆ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੀ ਟੇਕ ਆਪਣੇ ਮਨ ਵਿੱਚ ਟਿਕਾ, ਕਿਉਂਕਿ ਸੰਸਾਰ ਦੇ ਇਸ ਭਵ ਸਾਗਰ ਤੋਂ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਟੇਕ ਹੀ ਤੈਨੂੰ ਪਾਰ ਕਰਾ ਸਕਦੀ ਹੈ। ਪਿਆਰ ਵਾਲਿਓ, ਸੰਸਾਰ ਦੇ ਵਿੱਚ ਕਾਰ ਵਿਹਾਰ ਕਰਦਿਆਂ ਪਰੇਸ਼ਾਨੀਆਂ ਆ ਜਾਣ, ਮੁਸ਼ਕਲਾਂ ਆ ਜਾਣ, ਮਨ ਡੋਲ ਜਾਂਦਾ ਹੈ। ਮਨ ਕਿਸੇ ਨਾ ਕਿਸੇ ਦੀ ਹਿਰਸ ਦੇ ਉੱਤੇ, ਆਸ ਦੇ ਉੱਤੇ, ਟੇਕ ਦੇ ਉੱਤੇ ਹਮੇਸ਼ਾ ਕੋਈ ਨਾ ਕੋਈ ਖੋਜ ਕਰਦਾ, ਭਾਲ ਕਰਦਾ ਕਿ ਕੋਈ ਸਹਾਰਾ ਮਿਲ ਜਾਵੇ। ਪਰ ਸਤਿਗੁਰੂ ਕਹਿੰਦੇ, ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ।
ਸਾਡੇ ਸਾਰੇ ਕਾਰਜ ਕਿਤੇ ਰਾਸ ਆ ਜਾਣ, ਆਪਾਂ ਸਾਰੇ ਹੀ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਸਤਿਗੁਰੂ ਕਹਿੰਦੇ, ਐ ਗੁਰੂ ਕਿਆ ਸਿੱਖਾ ਤੂੰ ਗੁਰੂ ਕੇ ਚਰਨਾਂ ਦੀ ਟੇਕ ਟਕਾ। ਔਰ ਰਸਨਾ ਦੁਆਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਵੱਲੋਂ ਬਖਸ਼ਿਆ ਉਸ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰ। ਸੰਸਾਰ ਦੇ ਹੀ ਨਹੀਂ, ਇਸ ਲੋਕ ਅਰ ਪਰਲੋਕ ਦੇ ਵੀ ਤੇਰੇ ਸਾਰੇ ਕਾਰਜ ਰਾਸ ਆ ਜਾਣਗੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਪ੍ਰਭਾਤੀ ਮਹੱਲਾ ਪੰਜਵਾਂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਨੂੰ ਆਪਣੀ ਮੁਬਾਰਕ ਰਸਨਾ ਤੋਂ ਪ੍ਰਭਾਤੀ ਰਾਗ ਦੇ ਵਿੱਚ ਉਚਾਰਨ ਕਰਦੇ ਨੇ। ਔਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਰਹਿਮਤ ਕਰਕੇ, ਤਰਸ ਕਰਕੇ ਬਚਨ ਕਰਦੇ ਨੇ, ਚਰਨ ਕਮਲ ਸਰਨ ਟੇਕ। ਸਤਿਗੁਰੂ ਕਹਿੰਦੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਤਿਗੁਰੂ ਦੇ ਕਮਲ ਵਰਗੇ ਚਰਨਾਂ ਦੀ ਟੇਕ ਟਕਾ। ਅੱਜ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਦੀ ਧਰਤੀ ਤੇ ਸਜੇ ਹਾਂ। ਰੋਜ਼ਾਨਾ ਹੀ ਗੁਰੂ ਕੇ ਸਿੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨੇਮ ਅਨੁਸਾਰ ਸ਼ਰਧਾ ਭਾਵਨਾ ਨਾਲ ਸੀਸ ਝੁਕਾਉਂਦੇ ਨੇ, ਨਮਸਕਾਰ ਕਰਦੇ ਨੇ। ਮਹਾਰਾਜ ਦੇ ਚਰਨਾਂ ਦੀ ਟੇਕ ਹੈ। ਪਿਆਰ ਵਾਲਿਓ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਜੁੜੇ ਹਾਂ। ਕਿਤੇ ਸੱਚਮੁੱਚ ਸਾਡੇ ਹਿਰਦੇ ਦੇ ਅੰਦਰ, ਸਾਡੇ ਮਨ ਦੇ ਅੰਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਟੇਕ ਟਿਕ ਜਾਵੇ। ਕਮਲ ਵਰਗੇ ਚਰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ, ਜਿਹੜੇ ਸਦਾ ਰਹਿਮਤਾਂ ਵਰਤਾਉਂਦੇ। ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੀ ਇੱਕ ਵਡਿਆਈ ਹੈ, ਇੱਕ ਸੋਭਾ ਹੈ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੀ ਇਲਾਹੀ ਕਲਾ ਸਦਾ ਹੀ ਵਰਤਦੀ ਹੈ। ਪੰਕਜ ਤੁਖਾਰ ਚੰਦ ਡਰ ਭਰ ਰਹਿ ਨਿਤ, ਗੁਰ ਪਦ ਕੰਜ ਭੈ ਭਵ ਕੋ ਪ੍ਰਹਾਰ ਹੈ। ਕਹਿੰਦੇ ਨੇ, ਗੁਲਾਬ ਦਾ ਫੁੱਲ ਹੋਵੇ ਨਾ, ਤੇ ਗੁਲਾਬ ਦਾ ਫੁੱਲ ਸਦਾ ਹੀ ਮਹਿਕ ਲੈਣ ਵਾਲਿਆਂ ਨੂੰ ਆਪਣੀ ਮਹਿਕ ਵੰਡਦਾ, ਖੁਸ਼ਬੂ ਵੰਡਦਾ। ਇਸੇ ਤਰ੍ਹਾਂ ਗੁਰੂ ਦਰਬਾਰ ਦੇ ਵਿੱਚ ਜਦੋਂ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹਾਂ, ਤੇ ਸੱਚ ਹੈ ਕਿ ਸਤਿਗੁਰੂ ਦੀ ਬਾਣੀ ਭਾਵ ਸਤਿਗੁਰੂ ਦੇ ਚਰਨ ਸਦਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਮਹਿਕ ਵੰਡਦੇ ਨੇ, ਪਿਆਰ ਔਰ ਇਤਫਾਕ ਦੀ ਮਹਿਕ ਵੰਡਦੇ ਨੇ। ਸੰਸਾਰ ਦੇ ਵਿੱਚ ਜੋ ਜ਼ਹਿਰ ਕਹਿਰ ਦਾ ਪਸਾਰਾ ਹੋ ਚੁੱਕਿਆ, ਈਰਖਾ ਦਾ, ਦਵੈਸ਼ ਦਾ, ਇਸ ਈਰਖਾ ਦਵੈਸ਼ ਦੀ ਬਦਬੂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਮਹਿਕ ਦੂਰ ਕਰ ਦਿੰਦੀ ਹੈ। ਸਾਰੇ ਝਗੜੇ ਦੂਰ ਕਰ ਦਿੰਦੀ ਹੈ, ਮਨ ਦੀਆਂ ਪਰੇਸ਼ਾਨੀਆਂ ਦੂਰ ਕਰ ਦਿੰਦੀ ਹੈ। ਪਰ ਕਹਿੰਦੇ ਠੀਕ ਉਸੇ ਤਰ੍ਹਾਂ ਗੁਲਾਬ ਦੇ ਫੁੱਲ ਦੀ ਤਰ੍ਹਾਂ ਸਤਿਗੁਰੂ ਦੀ ਬਾਣੀ, ਸਤਿਗੁਰੂ ਦੇ ਚਰਨ ਵੀ ਮਹਿਕ ਵੰਡਦੇ ਨੇ, ਖੁਸ਼ਬੂ ਵੰਡਦੇ ਨੇ ਨਾਮ ਦੀ। ਪਰ ਬਗੀਚੇ ਵਿੱਚ ਗੁਲਾਬ ਦਾ ਫੁੱਲ ਲੱਗਾ ਹੋਵੇ ਤੇ ਉਹਦੇ ਆਲੇ ਦੁਆਲੇ ਕੰਡੇ ਵੀ ਹੁੰਦੇ ਨੇ, ਕੰਡਿਆਂ ਦਾ ਡਰ ਵੀ ਹੁੰਦਾ ਹੈ, ਖਤਰਾ ਵੀ ਹੁੰਦਾ ਹੈ। ਪਰ ਪਿਆਰ ਵਾਲਿਓ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਇਸ ਤਰ੍ਹਾਂ ਮਹਿਕ ਵੰਡਦੇ ਨੇ। ਕਹਿੰਦੇ ਗੁਲਾਬ ਦੇ ਫੁੱਲ ਤੇ ਆਲੇ ਦੁਆਲੇ ਤੇ ਕੰਡੇ ਹੁੰਦੇ ਨੇ, ਕੰਡਿਆਂ ਦਾ ਖਤਰਾ ਹੁੰਦਾ ਹੈ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੇ ਵਿੱਚ ਇਹ ਤਾਕਤ ਹੈ, ਇਹ ਕਲਾ ਹੈ ਕਿ ਸਤਿਗੁਰੂ ਦੇ ਚਰਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਕੰਡਿਆਂ ਨੂੰ ਗਾਲ ਕੇ ਸੁੱਟ ਦਿੰਦੇ ਨੇ। ਦੁੱਖਾਂ ਤਕਲੀਫਾਂ ਦੇ ਕੰਡਿਆਂ ਨੂੰ ਗਾਲ ਕੇ ਸੁੱਟ ਦਿੰਦੇ ਨੇ, ਪਰੇਸ਼ਾਨੀਆਂ ਦੇ ਕੰਡਿਆਂ ਨੂੰ ਗਾਲ ਕੇ ਸੁੱਟ ਦਿੰਦੇ ਨੇ। ਤੇ ਅੱਗੇ ਬਚਨ ਨੇ, ਕੰਟਕ ਕਲਿਤ ਕੰਜ, ਕੰਟਕ ਗਲਿਤ ਕਰੈ, ਗੁਰ ਪਦ ਕੰਜ ਨਿਤ ਭੌਰ ਸਿੱਖ ਜੁਤਿਆਨ ਹੈ। ਕਹਿੰਦੇ ਨੇ, ਜਿਹੜਾ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਟੇਕ ਟਕਾ ਲਵੇ, ਸਤਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰ ਲਵੇ, ਸੱਚਮੁੱਚ ਕਿਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਸੁਰਤ ਦੁਆਰਾ ਚੇਤੇ ਕਰ ਲਵੇ, ਸਤਿਗੁਰੂ ਦੀ ਮੌਜੂਦਗੀ ਨੂੰ ਮਹਿਸੂਸ ਕਰ ਲਵੇ, ਖਾਲਸਾ ਜੀ
ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਸਾਰੀਆਂ ਦੁੱਖਾਂ ਤਕਲੀਫਾਂ ਦੇ ਕੰਡਿਆਂ ਨੂੰ ਗਾਲ ਕੇ ਸੁੱਟ ਦਿੰਦੇ ਨੇ ਤੇ ਕਹਿੰਦੇ ਨੇ ਐਸੀ ਕਲਾ ਹੈ ਗੁਰੂ ਦੇ ਚਰਨਾਂ ਦੇ ਵਿੱਚ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੇ ਵਿੱਚ, ਕਿ ਸਿੱਖ ਕਹਿੰਦੇ ਨੇ ਗੁਲਾਬ ਦੇ ਫੁੱਲ ਕੋਲ ਤੇ ਕਿਤੇ ਇੱਕ ਅੱਧਾ ਭੋਰਾ ਆਉਂਦਾ ਹੋਵੇਗਾ ਤੇ ਸ਼ਾਇਦ ਉਸ ਫੁੱਲ ਦਾ ਰਸ ਮੁੱਕ ਜਾਂਦਾ ਹੋਵੇਗਾ, ਪਰ ਗੁਰੂ ਕੇ ਚਰਨਾਂ ਦੇ ਵਿੱਚ ਐਸਾ ਨਾਮ ਦਾ ਰਸ ਹੈ ਕਿ ਲੱਖਾਂ ਹੀ ਸਿੱਖ ਰੂਪੀ ਭੋਰੇ ਨਿਤ ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਨੇ, ਪਰ ਗੁਰੂ ਦੇ ਚਰਨਾਂ ਦੇ ਵਿੱਚੋਂ ਕਦੇ ਵੀ ਨਾਮ ਰਸ ਮੁੱਕਦਾ ਨਹੀਂ। ਤੋਟ ਨਾ ਆਵੇ ਵੱਧਦੋ ਜਾਈ, ਬਲਕਿ ਸਦੋਂ ਹੀ ਗੁਰੂ ਕਿਆਂ ਸਿੱਖਾਂ ਨੂੰ ਦਾਤਾਂ ਵੰਡਦਾ ਹੈ। ਪਿਆਰਿਓ, ਗੁਰਦੁਆਰਾ ਬੰਗਲਾ ਸਾਹਿਬ ਦੀ ਧਰਤੀ ਤੇ ਰੋਜ਼ਾਨਾ ਸੰਗਤਾਂ ਦਾ ਲੱਖਾਂ ਦਾ ਇਕੱਠ ਜਦੋਂ ਨਮਸਕਾਰਾਂ ਕਰਦਾ ਤੇ ਸੱਚ ਹੈ ਇੱਥੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਕਿਸੇ ਦੀ ਝੋਲੀ ਖਾਲੀ ਨਹੀਂ ਜਾਣ ਦਿੰਦੇ, ਸਭ ਦੀਆਂ ਝੋਲੀਆਂ ਭਰ ਦਿੰਦੇ ਨੇ। ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਕਲਾ ਹੈ, ਚਰਨਾਂ ਦੀ ਵਡਿਆਈ ਹੈ। ਪਰ ਕਿਤੇ ਸਾਨੂੰ ਟੇਕ ਟਿਕਾਣੀ ਆ ਜਾਵੇ, ਗੁਰੂ ਦੇ ਚਰਨਾਂ ਦੇ ਉੱਤੇ ਸਾਡਾ ਭਰੋਸਾ ਬੈਠ ਜਾਵੇ, ਤੇ ਭਰੋਸਾ ਏਡਾ ਕਿ ਬੈਠੇ ਕਿ ਸਾਹਮਣੇ ਜਿੱਡੀ ਮਰਜ਼ੀ ਵੱਡੀ ਪਰੇਸ਼ਾਨੀ ਹੋਵੇ, ਪਰੇਸ਼ਾਨੀ ਨੂੰ ਤੱਕਦੇ ਹੋਏ ਵੀ, ਤਕਲੀਫ ਨੂੰ ਤੱਕਦੇ ਹੋਏ ਵੀ ਗੁਰੂ ਦੇ ਚਰਨ ਚੇਤੇ ਆ ਜਾਣ ਕਿ ਇਹ ਪਰੇਸ਼ਾਨੀ ਤਾਂ ਮੇਰੇ ਗੁਰੂ ਦੇ ਚਰਨਾਂ ਦੇ ਕਲਾ ਅੱਗੇ ਕੱਖ ਵੀ ਨਹੀਂ। ਮੇਰੇ ਨੇ ਗੁਰੂ ਨੇ ਕਲਾ ਵਰਤਾ ਕੇ ਪਰੇਸ਼ਾਨੀਆਂ ਵੀ ਮਾਰ ਮੁਕਾਉਣੀਆਂ। ਪਿਆਰ ਵਾਲਿਓ, ਇਤਿਹਾਸ ਦੇ ਵਿੱਚੋਂ ਬਚਨ ਮਿਲਦੇ ਕਿ ਜਿਨ੍ਹਾਂ ਨੇ ਚਰਨ ਕਮਲਾਂ ਦੀ ਟੇਕ ਟਿਕਾਈ, ਉਹਨਾਂ ਦੇ ਸਾਹਮਣੇ ਭਾਵੇਂ ਮੌਤ ਵੀ ਆ ਕੇ ਖੜ ਗਈ ਪਰ ਉਹ ਡੋਲੇ ਨਹੀਂ। ਉਹਨਾਂ ਨੇ ਗੁਰੂ ਦੇ ਚਰਨਾਂ ਦਾ ਧਿਆਨ ਟਿਕਾਇਆ, ਸਾਹਮਣੇ ਖੜੀ ਮੌਤ ਵੱਲ ਤੱਕਿਆ ਤੇ ਮੌਤ ਵੀ ਹਾਰ ਮੰਨ ਗਈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸ਼ਬਦ, ਜਿਸ ਦੀ ਵਿਚਾਰ ਆਪਾਂ ਕਰ ਰਹੇ ਹਾਂ। ਇਤਿਹਾਸ ਦੇ ਬੋਲ ਨੇ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਤ ਸਿੱਖ ਸੰਗਤਾਂ ਦੇ ਵਿੱਚ ਦੀਵਾਨ ਸਜਾਉਂਦੇ। ਔਰ ਪਿਆਰ ਵਾਲਿਓ, ਜਿਹੜੇ ਆਤਮਿਕ ਤੌਰ ਤੇ ਮਰ ਚੁੱਕੇ ਸਨ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਹਿਰਦਿਆਂ ਵਿੱਚ ਨਾਮ ਭਰ ਕੇ, ਨਾਮ ਦੀ ਦਾਤ ਦੇ ਕਰਕੇ ਰੂਹਾਨੀਅਤ ਦਾ ਜੀਵਨ ਬਖਸ਼ ਦਿੰਦੇ, ਅਧਿਆਤਮਕ ਮੰਡਲਾਂ ਦੀ ਯਾਤਰਾ ਤੇ ਤੋਰ ਦਿੰਦੇ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ, ਸਤਿਗੁਰੂ ਦੇ ਚਰਨਾਂ ਨੂੰ ਨਮਸਕਾਰ ਕਰਨ, ਲਾਹੌਰ ਦੀ ਧਰਤੀ ਤੋਂ ਇੱਕ ਸਿੱਖ ਰੋਜ਼ਾਨਾ ਨੇਮ ਅਨੁਸਾਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਉਂਦਾ ਹੈ, ਜਿਸ ਦਾ ਨਾਮ ਸੀ ਭਾਈ ਮਾਧੋ ਦਾਸ। ਰੋਜ਼ਾਨਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਮਸਕਾਰ ਕਰਨੀ। ਤੇ ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਕਿ ਜਦੋਂ ਉਸ ਸਿੱਖ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ, ਦਰਬਾਰ ਦੇ ਵਿੱਚ ਪ੍ਰਵੇਸ਼ ਕਰਨਾ, ਕਹਿੰਦੇ ਉਹਦਾ ਚਿਹਰਾ ਖਿੜ ਜਾਣਾ, ਉਹਦੇ ਨੇਤਰ ਖਿੜ ਜਾਣੇ। ਨੇਤਰਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਤੀ ਪਿਆਰ ਝਲਕਦਾ ਸੀ। ਗੁਰੂ ਕਾ ਸਿੱਖ ਉਹੀ ਹੈ ਕਿ ਜਦੋਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੇ ਤੇ ਇਹਦਾ ਚਿਹਰਾ ਖਿੜ ਜਾਵੇ, ਇਹਦੇ ਨੇਤਰਾਂ ਦੇ ਵਿੱਚ ਗੁਰੂ ਚਰਨਾਂ ਪ੍ਰਤੀ ਪ੍ਰੇਮ ਭਰ ਜਾਵੇ। ਗੁਰੂ ਕੇ ਸਿੱਖ ਦੇ ਨੇਤਰਾਂ ਦੇ ਵਿੱਚ ਕੇਵਲ ਗੁਰੂ ਦੀ ਮੂਰਤ ਵਸੀ ਹੋਵੇ, ਬਲਕਿ ਸੰਸਾਰ ਦੀਆਂ ਮੂਰਤਾਂ ਨਾ ਵਸੀਆਂ ਹੋਣ। ਰੋਜ਼ਾਨਾ ਨੇਮ ਅਨੁਸਾਰ ਸਤਿਗੁਰੂ ਦੇ ਚਰਨਾਂ ਵਿੱਚ ਆਉਣਾ, ਕੀਰਤਨ ਸੁਣਨਾ, ਕਥਾ ਸੁਣਨੀ, ਬਾਣੀ ਦਾ ਅਭਿਆਸ ਕਰਨਾ, ਸਿਮਰਨ ਕਰਨਾ। ਸਤਿਗੁਰੂ ਦੇ ਚਰਨਾਂ ਵਿੱਚ ਸੁਰਤ ਲੱਗ ਗਈ। ਪਰ ਘਰ ਦੇ ਵਿੱਚੋਂ ਇਕੱਲਾ ਹੀ ਸੱਜਣ ਜਿਹੜਾ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਨੇਮ ਅਨੁਸਾਰ ਆਇਆ ਕਰੇ, ਤੇ ਪਿੱਛੋਂ ਘਰ ਦੇ ਵੀ ਤੰਗ ਹੋ ਗਏ ਕਿ ਰੋਜ਼ਾਨਾ ਹੀ ਇਹ ਗੁਰੂ ਘਰ ਚਲਿਆ ਜਾਂਦਾ, ਘਰ ਟਿਕਦਾ ਹੀ ਨਹੀਂ, ਰੋਜ਼ਾਨਾ ਹੀ ਸੇਵਾ ਵਿੱਚ ਚਲਿਆ ਜਾਂਦਾ। ਘਰਦਿਆਂ ਨੇ ਉਸ ਨੂੰ ਮਨਾ ਵੀ ਕਰਨਾ, ਰੋਕਣਾ, ਟੋਕਣਾ, ਪਰ ਫਿਰ ਵੀ ਉਹ ਗੁਰੂ ਚਰਨਾਂ ਤੋਂ ਉਹਦੀ ਪ੍ਰੀਤੀ ਨਾ ਟੁੱਟਦੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਇੱਕ ਦਿਨ ਰਾਤ ਨੂੰ ਲੇਟ ਹੋ ਗਿਆ, ਦੇਰੀ ਹੋ ਗਈ, ਤੇ ਖਾਲਸਾ ਜੀ ਆਪਣੇ ਘਰ ਨੂੰ ਵਾਪਸ ਚਾਲਾ ਪਾਉਣ ਲੱਗਾ। ਕਹਿੰਦੇ ਜਦੋਂ ਬਹੁਤ ਜ਼ਿਆਦਾ ਰਾਤ ਹੋ ਗਈ, ਦੇਰ ਹੋ ਗਈ ਨਾ, ਆਪਣੇ ਘਰ ਨੂੰ ਜਾ ਰਿਹਾ ਸੀ ਤੇ ਸਿਪਾਹੀਆਂ ਨੇ ਨਾਕਾ ਲਾਇਆ ਹੋਇਆ ਸੀ। ਫੌਜ ਨੇ, ਹਕੂਮਤ ਦੀ ਫੌਜ ਨੇ, ਸਿਪਾਹੀਆਂ ਨੇ ਨਾਕਾ ਲਾਇਆ, ਰੋਕ ਲਿਆ ਉਹਨੂੰ। ਕਹਿਣ ਲੱਗੇ ਕਿੱਥੋਂ ਦਾ ਰਹਿਣ ਵਾਲਾ, ਕੀ ਨਾਮ ਤੇਰਾ, ਕਿੱਥੋਂ ਆਇਆ? ਕਹਿਣ ਲੱਗਾ ਮੇਰਾ ਨਾਮ ਮਾਧੋ ਦਾਸ, ਮੈਂ ਲਾਹੌਰ ਦਾ ਰਹਿਣ ਵਾਲਾ। ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ
ਕਥਾ ਕੀਰਤਨ ਸੁਣ ਕਰਕੇ ਆਪਣੇ ਘਰ ਨੂੰ ਵਾਪਸ ਜਾ ਰਿਹਾ। ਸਿਪਾਹੀਆਂ ਨੇ ਭਰੋਸਾ ਨਾ ਕੀਤਾ, ਕਹਿਣ ਲੱਗੇ ਨਹੀਂ ਤੂੰ ਕੋਈ ਲੁਟੇਰਾ ਹੈ, ਤੈਨੂੰ ਗ੍ਰਿਫਤਾਰ ਕੀਤਾ ਜਾਵੇਗਾ। ਚਰਨਾਂ ਦੀ ਟੇਕ ਕੀ ਹੈ? ਉਹ ਸਿੱਖਿਆ ਮਿਲੇਗੀ ਭਾਈ ਮਾਧੋ ਦਾਸ ਦੇ ਜੀਵਨ ਤੋਂ। ਕਹਿੰਦੇ ਤੈਨੂੰ ਗ੍ਰਿਫਤਾਰ ਕੀਤਾ ਜਾਵੇਗਾ, ਤੇਰੇ ਤੇ ਭਰੋਸਾ ਨਹੀਂ। ਕਹਿਣ ਲੱਗਾ ਭਾਵੇਂ ਮੇਰੇ ਘਰ ਜਾ ਕੇ ਪੁੱਛ ਲਓ। ਸਿਪਾਹੀ ਕਹਿਣ ਲੱਗੇ ਚੱਲ ਫਿਰ ਤੇਰੇ ਘਰ ਚੱਲੀਏ, ਜੇ ਤਾਂ ਤੇਰੇ ਘਰ ਦੇ ਕਹਿ ਗਏ ਕਿ ਇੱਥੇ ਰਹਿੰਦਾ ਤਾਂ ਤੈਨੂੰ ਛੱਡ ਦਿਆਂਗੇ, ਨਹੀਂ ਤਾਂ ਤੈਨੂੰ ਗ੍ਰਿਫਤਾਰ ਕਰਕੇ ਸਜ਼ਾ ਦੇਵਾਂਗੇ। ਪਿਆਰ ਵਾਲਿਓ, ਸਿਪਾਹੀਆਂ ਨੂੰ ਘਰ ਲੈ ਕੇ ਗਿਆ। ਘਰ ਦੇ ਪਹਿਲਾਂ ਹੀ ਪਰੇਸ਼ਾਨ ਰਹਿੰਦੇ ਸਨ ਉਹਦੇ ਤੋਂ। ਜਦੋਂ ਸਿਪਾਹੀਆਂ ਨੇ ਰਾਤ ਨੂੰ ਬੂਹਾ ਖੜਕਾਇਆ, ਕਹਿਣ ਲੱਗੇ ਕਿ ਮਾਧੋ ਦਾਸ ਇੱਥੇ ਰਹਿੰਦਾ, ਤਾਂ ਘਰ ਦੇ ਵੀ ਡਰ ਗਏ, ਭੈ ਭੀਤ ਹੋ ਗਏ ਤੇ ਡਰ ਦੇ ਮਾਰਿਆਂ ਨੇ ਕਹਿ ਦਿੱਤਾ ਕਿ ਰਹਿੰਦਾ ਤੇ ਨਹੀਂ ਇੱਥੇ, ਉੱਦਾਂ ਇਸੇ ਘਰ ਦਾ ਬੱਚਾ ਪਰ ਸਾਡੇ ਕਹਿਣੇ ਤੋਂ ਬਾਹਰ ਹੈ, ਸਾਨੂੰ ਨਹੀਂ ਪਤਾ ਇਹ ਕੀ ਕਰਦਾ। ਹੱਥ ਖੜੇ ਕਰ ਗਏ, ਜਵਾਬ ਦੇ ਗਏ। ਅੱਜ ਪਰਿਵਾਰ ਦੀ ਟੇਕ ਕੰਮ ਨਾ ਆਈ। ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਪਰਿਵਾਰ ਨੇ ਜਵਾਬ ਦੇ ਦਿੱਤਾ ਤੇ ਫੌਜਾਂ ਨੇ ਉਸ ਨੂੰ ਗ੍ਰਿਫਤਾਰ ਕਰਕੇ ਕੋਠਰੀ ਵਿੱਚ ਪਾ ਦਿੱਤਾ, ਜੇਲ੍ਹ ਵਿੱਚ ਪਾ ਦਿੱਤਾ। ਖਾਲਸਾ ਜੀ, ਅੰਤ ਉਸ ਨੂੰ ਸੂਲੀ ਤੇ ਚਾੜਨ ਦੀ ਸਜ਼ਾ ਸੁਣਾ ਦਿੱਤੀ ਗਈ। ਹੁਣ ਸਾਹਮਣੇ ਮੌਤ ਸੀ, ਦਿਨ ਚੜ੍ਹਿਆ। ਜਦੋਂ ਸੂਲੀ ਤੇ ਚਾੜਨ ਵਾਸਤੇ ਉਸ ਸਿੱਦਕੀ ਸਿੱਖ ਨੂੰ ਲੈ ਕੇ ਜਾਣ ਲੱਗੇ ਤੇ ਰਸਨਾ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਾਮ ਦਾ ਜਾਪ ਕਰਨ ਲੱਗਾ, ਬਾਣੀ ਦਾ ਅਭਿਆਸ ਕਰਨ ਲੱਗਾ, ਸਤਿਗੁਰੂ ਨੂੰ ਚਰਨਾਂ ਨੂੰ ਨਮਸਕਾਰ ਕਰਨ ਲੱਗਾ, ਸਤਿਗੁਰੂ ਨੂੰ ਸੁਰਤ ਦੇ ਵਿੱਚ ਚੇਤੇ ਕਰਨ ਲੱਗਾ। ਕਹਿੰਦੇ ਜਿਸ ਵਕਤ ਸੂਲੀ ਦੇ ਕੋਲ ਲਿਜਾਇਆ ਗਿਆ, ਸਾਹਮਣੇ ਮੌਤ ਨਜ਼ਰ ਆ ਰਹੀ ਸੀ। ਜਦੋਂ ਨੇਤਰ ਭਰ ਕਰਕੇ ਖਾਲਸਾ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰੇਮ ਵਿੱਚ ਭਿੱਜ ਕੇ ਨੇਤਰ ਭਰ ਕੇ ਜਦੋਂ ਕਹਿੰਦੇ ਸੂਲੀ ਨੂੰ ਵੇਖਿਆ ਤੇ ਸੂਲੀ ਦੀ ਲੱਕੜ ਵੀ ਹਰੀ ਹੋ ਗਈ। ਭਾਵ ਉਸ ਲੱਕੜ ਨੇ ਆਪਣਾ ਸਖਤ ਸੁਭਾਅ ਛੱਡ ਦਿੱਤਾ। ਜਦੋਂ ਲੱਕੜ ਨੇ ਆਪਣਾ ਸੁਭਾਅ ਛੱਡ ਦਿੱਤਾ ਤੇ ਫੌਜਦਾਰ ਵੀ ਕਹਿਣ ਲੱਗੇ ਕਿ ਇਹ ਤੇ ਕੋਈ ਕਰਾਮਾਤੀ ਫਕੀਰ ਹੈ, ਇਸ ਨੂੰ ਛੱਡ ਦਿੱਤਾ ਜਾਵੇ। ਪਰ ਨੇਤਰ ਸੂਲੀ ਤੇ ਪਾਏ, ਉਹ ਸੂਲੀ ਦੀ ਲੱਕੜ ਵੀ ਹਰੀ ਹੋ ਗਈ। ਭਾਵ ਉਸਨੇ ਆਪਣਾ ਸਖਤ ਸੁਭਾਅ ਛੱਡ ਦਿੱਤਾ। ਕਿਉਂਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ, ਸੂਕੇ ਹਰੇ ਕੀਏ ਖਿਨ ਮਾਹੇ। ਕਿਉਂਕਿ ਪਿਆਰ ਵਾਲਿਓ, ਜਦੋਂ ਗੁਰੂ ਕਾ ਸਿੱਖ ਇਹਨਾਂ ਨੇਤਰਾਂ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਜਾਪ ਸਾਹਿਬ ਦਾ ਪਾਠ ਕਰਦਾ ਹੈ, ਤੋ ਪ੍ਰਸਾਦ ਸਵਈਏ ਕਬਿਓ ਬਾਚ ਬੇਨਤੀ, ਚੌਪਈ ਸਾਹਿਬ ਆਨੰਦ ਸਾਹਿਬ ਦਾ ਪਾਠ ਕਰਦਾ ਹੈ, ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ, ਤੇ ਸੱਚ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚੋਂ ਉਹ ਅੰਮ੍ਰਿਤ ਇਹਦੇ ਨੇਤਰਾਂ ਦੇ ਵਿੱਚ ਵਰਤਣ ਲੱਗ ਪੈਂਦਾ, ਜਿਹੜਾ ਅੰਮ੍ਰਿਤ ਗੁਰੂ ਨਾਨਕ ਸਾਹਿਬ ਦੇ ਨੇਤਰਾਂ ਵਿੱਚ ਵਰਤਦਾ ਸੀ। ਕਿਉਂਕਿ ਜਦੋਂ ਇਹਨਾਂ ਨੇਤਰਾਂ ਦੇ ਨਾਲ ਰੋਜ਼ਾਨਾ ਗੁਰੂ ਕੇ ਦਰਸ਼ਨ ਕਰਾਂਗੇ, ਇਹਨਾਂ ਨੇਤਰਾਂ ਦੇ ਨਾਲ ਗੁਰਬਾਣੀ ਦਾ ਅਭਿਆਸ ਕਰਾਂਗੇ, ਰਸਨਾ ਦੁਆਰਾ ਗੁਰੂ ਨੂੰ ਚੇਤੇ ਕਰਾਂਗੇ, ਤੇ ਸੱਚ ਹੈ ਫਿਰ ਗੁਰੂ ਦੇ ਨਾਮ ਦੀ ਕਲਾ ਜ਼ਰੂਰ ਵਰਤਦੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਨੇਤਰ ਤਾਂ ਜੇ ਰੀਠਿਆਂ ਤੇ ਪਏ, ਉਹ ਰੀਠੇ ਵੀ ਮਿੱਠੇ ਹੋ ਗਏ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨੇਤਰ ਦਾਰੇ ਆਏ ਸੇਵਾਦਾਰ ਭਾਈ ਲਹਿਣੇ ਤੇ ਪਏ, ਤੇ ਭਾਈ ਲਹਿਣੇ ਨੂੰ ਵੀ ਅੰਗ ਦੇ ਨਾਲ ਲਾ ਕਰਕੇ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਉਜਾਗਰ ਕਰ ਦਿੱਤਾ। ਇਹ ਗੁਰੂ ਕੇ ਚਰਨਾਂ ਦੀ ਟੇਕ ਹੈ, ਗੁਰੂ ਕੇ ਚਰਨਾਂ ਦੀ ਕਲਾ ਹੈ ਕਿ ਜੇ ਕੋਈ ਵੀ ਗੁਰੂ ਕੇ ਚਰਨਾਂ ਦੀ ਟੇਕ ਟਿਕਾਵੇ, ਸਭ ਦੁੱਖਾਂ ਤਕਲੀਫਾਂ ਦਾ ਨਾਸ ਹੋ ਜਾਂਦਾ ਹੈ। ਅੱਗੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਊਚ ਮੂਚ ਬੇਅੰਤ ਠਾਕੁਰ, ਸਰਬ ਊਪਰ ਤੁਹੀ ਏਕ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਹੇ ਸੰਸਾਰ ਦੇ ਬ੍ਰਹਮੰਡ ਦੇ ਤਖਤੇ ਦੇ ਉੱਪਰ ਸਭ ਤੋਂ ਉੱਚੇ। ਭਾਵੇਂ ਅੱਜ ਸੰਸਾਰ ਦੇ ਵਿੱਚ ਇਨਸਾਨ ਨੂੰ ਭੁਲੇਖਾ ਪੈ ਜਾਂਦਾ, ਸੰਸਾਰਕ ਅਹੁਦਾ ਮਿਲ ਜਾਵੇ, ਇਹ ਸਮਝਣ ਲੱਗ ਪੈਂਦਾ ਕਿ ਮੇਰੇ ਤੋਂ ਉੱਚਾ ਕੋਈ ਨਹੀਂ, ਮੇਰੇ ਤੋਂ ਵੱਡਾ ਕੋਈ ਨਹੀਂ।
ਪਰ ਪਿਆਰ ਵਾਲਿਓ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਬਚਨ ਨੇ ਕਿ ਬ੍ਰਹਮੰਡ ਦੇ ਵਿੱਚ ਜੇਕਰ ਕੋਈ ਉੱਚਾ ਹੈ, ਜੇ ਕੋਈ ਸਭ ਤੋਂ ਵੱਡਾ ਹੈ, ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ, ਜਿਹਦਾ ਹੁਕਮ ਕੁੱਲ ਕਾਇਨਾਤ ਦੇ ਉੱਪਰ ਚੱਲ ਰਿਹਾ, ਜਿਹਦਾ ਹੁਕਮ ਕੁੱਲ ਬ੍ਰਹਮੰਡ ਦੇ ਉੱਤੇ ਵਰਤ ਰਿਹਾ ਹੈ, ਜਿਨੇ ਆਪਣੇ ਹੁਕਮ ਦੇ ਵਿੱਚ ਇਸ ਸੰਸਾਰ ਨੂੰ ਬੰਨਿਆ ਹੋਇਆ ਹੈ। ਊਚ ਮੂਚ ਬੇਅੰਤ ਠਾਕੁਰ, ਔਰ ਐਸਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦਰ ਦੀ ਇਹ ਵਡਿਆਈ ਹੈ ਕਿ ਪਰਮਾਤਮਾ ਦੇ ਦਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਿਆਰ ਵਾਲਿਓ, ਸੱਚ ਹੈ, ਜਿੱਥੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਤੇ ਲੱਖਾਂ ਹੀ ਸੰਗਤਾਂ ਰੋਜ਼ਾਨਾ ਨਮਸਕਾਰ ਕਰਦੀਆਂ, ਪਰ ਗੁਰੂ ਸਾਹਿਬ ਦੇ ਚਰਨਾਂ ਦੀ ਵਡਿਆਈ ਦਾ, ਚਰਨਾਂ ਦੀ ਕਲਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਸੱਚ ਹੈ, ਜਿੱਥੇ ਗੁਰੂ ਬੈਠ ਜਾਵੇ, ਸੁਭਾਏਮਾਨ ਹੋ ਜਾਵੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਗੁਰੂ ਕੇ ਚਰਨਾਂ ਦੀ ਵਡਿਆਈ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਵਡਿਆਈ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਬੰਗਲੇ ਬਹੁਤ ਹੋਣਗੇ, ਪਰ ਜਿਸ ਬੰਗਲੇ ਦੇ ਵਿੱਚ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਉਹ ਗੁਰਦੁਆਰਾ ਬੰਗਲਾ ਸਾਹਿਬ ਬਣ ਗਿਆ। ਸੰਸਾਰ ਦੇ ਬੰਗਲੇ ਕਦੇ ਸਰੀਰਕ ਤੇ ਆਤਮਿਕ ਭੁੱਖ ਦੂਰ ਨਹੀਂ ਕਰਦੇ, ਪਰ ਇੱਥੇ ਮਾਣ ਨਾਲ ਕਹਿ ਸਕਦੇ ਹਾਂ ਕਿ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਸਰੀਰਕ ਤੇ ਆਤਮਿਕ ਭੁੱਖ ਦੋਵੇਂ ਦੂਰ ਹੁੰਦੀਆਂ। ਪਿਆਰਿਓ, ਆ ਮਹਾਮਾਰੀਆਂ ਫੈਲੀਆਂ, ਸੰਸਾਰ ਦੇ ਵਿੱਚ ਸਰੀਰਕ ਭੁੱਖ ਫੈਲੀ, ਤੇ ਤਾਂ ਵੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਦਰੋਂ ਘਰੋਂ ਰੋਜ਼ਾਨਾ ਲੋੜਵੰਦਾਂ ਦੇ ਵਾਸਤੇ ਲੰਗਰਾਂ ਦੇ ਟਰੱਕ ਭਰ ਜਾਂਦੇ ਸਨ, ਤਾਂ ਕੋਈ ਸਰੀਰਕ ਭੁੱਖਾਂ ਦੂਰ ਹੋ ਜਾਣ। ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੀ ਕਲਾ ਹੈ। ਤੇ ਜੇ ਕਿਤੇ ਕਿਸੇ ਦਾ ਮਨ ਡੋਲ ਵੀ ਗਿਆ, ਸੰਸਾਰ ਦੇ ਵੈਦਾਂ ਨੇ, ਡਾਕਟਰਾਂ ਨੇ ਹੱਥ ਖੜੇ ਕਰ ਵੀ ਦਿੱਤੇ, ਤੇ ਤਾਂ ਵੀ ਪਿਆਰ ਵਾਲਿਓ, ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਇਸ ਪਾਵਨ ਪਵਿੱਤਰ ਅਸਥਾਨ ਦੀ ਵਡਿਆਈ ਨੇ, ਪੋਜ਼ਿਟਿਵ ਤਰੰਗਾਂ ਨੇ ਇਹ ਸਾਬਤ ਕਰ ਦਿੱਤਾ ਕਿ ਜਿਹੜੇ ਅਧਿਆਤਮਕ ਤੌਰ ਤੇ ਭੁੱਖ ਲੱਗੀ ਸੀ, ਭਾਵ ਸਾਰੀਆਂ ਆਸਾਂ ਮਿਟ ਗਈਆਂ ਸਨ, ਤਾਂ ਵੀ ਇੱਕ ਆਸ ਨਜ਼ਰ ਆਉਂਦੀ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਘਰ ਦੀ ਟੇਕ ਨਜ਼ਰ ਆਉਂਦੀ ਸੀ। ਸੋ ਸਤਿਗੁਰੂ ਕਹਿੰਦੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਭ ਤੋਂ ਉੱਚਾ ਹੈ, ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਵੀ ਬਚਨ ਕੀਤੇ, ਵੱਡੇ ਵੱਡੇ ਮੁਨ ਦੇਵ ਤੇ ਕਈ ਜੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਹੇ ਅਕਾਲ ਪੁਰਖ ਵਾਹਿਗੁਰੂ, ਲੱਖਾਂ ਹੀ ਸਾਧੂ ਸੰਤਾਂ ਮਹਾਤਮਾਵਾਂ ਨੇ ਤੇਰਾ ਜਸ ਗਾਇਆ, ਤੇਰੀ ਇਬਾਦਤ ਕੀਤੀ, ਪਰ ਕੋਈ ਵੀ ਤੇਰਾ ਅੰਤ ਨਹੀਂ ਪਾ ਸਕਦਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸੱਚੇ ਪਾਤਸ਼ਾਹ ਦਾ ਅੰਤ ਪਾਉਣਾ ਨਾਮੁਮਕਿਨ ਹੈ, ਕਿਉਂਕਿ ਸਾਰਿਆਂ ਦੇ ਉੱਪਰ, ਸਰਬ ਉਪਰ ਤੁਹੀ ਏਕ, ਸਾਰਿਆਂ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕਲਾ ਵਰਤ ਰਹੀ ਹੈ, ਪਰਮਾਤਮਾ ਦਾ ਹੁਕਮ ਵਰਤ ਰਿਹਾ। ਖਾਲਸਾ ਜੀ, ਆ ਜਿਤਨੀਆਂ ਵੀ ਸੰਸਾਰ ਦੀਆਂ ਮੂਰਤਾਂ ਨਜ਼ਰ ਆਉਂਦੀਆਂ, ਇਹਨਾਂ ਸਾਰੀਆਂ ਮੂਰਤਾਂ ਪਿੱਛੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਮੂਰਤ ਹੈ। ਜਿਤਨੇ ਵੀ ਰੂਪ ਰੰਗ ਰੂਪ ਸੰਸਾਰ ਤੇ ਨਜ਼ਰ ਆ ਰਹੇ ਨੇ, ਇਹਨਾਂ ਸਾਰਿਆਂ ਰੂਪਾਂ ਪਿੱਛੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਅਰੂਪ ਵਰਤ ਰਿਹਾ, ਭਾਵ ਉਹਦਾ ਆਪ ਦਾ ਰੂਪ ਕੋਈ ਨਹੀਂ, ਪਰ ਜਿੰਨੇ ਵੀ ਰੂਪ ਨਜ਼ਰ ਆ ਰਹੇ ਨੇ ਸਾਰਿਆਂ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਰੂਪ ਵਰਤ ਰਿਹਾ ਹੈ, ਅਰੂਪ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੀ ਬਖਸ਼ਿਸ਼ ਹੈ, ਕਲਾ ਹੈ। ਵਿਸ਼ਰਾਮ ਦਿੰਦੇ ਹੋਏ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ, ਰਹਾਉ ਪ੍ਰਾਨ ਆਧਾਰ, ਦੁਖ ਬਿਦਾਰ, ਦੈਨ ਹਾਰ, ਬੁੱਧ ਵਿਵੇਕ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਗੁਰੂ ਦੇ ਚਰਨਾਂ ਦੀ ਇਹ ਕਲਾ ਹੈ, ਵਡਿਆਈ ਹੈ ਕਿ ਪ੍ਰਾਨ ਆਧਾਰ। ਤੂੰ ਗੁਰੂ ਕੇ ਚਰਨਾਂ ਨੂੰ ਇੱਕ ਵਾਰ ਆਪਣੇ ਪ੍ਰਾਣਾਂ ਦਾ ਆਧਾਰ ਬਣਾ ਕੇ ਵੇਖ, ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਵੇਖ, ਸਾਰੇ ਦੁੱਖ ਜੀਵਨ ਦੇ ਵਿੱਚੋਂ ਦੂਰ ਹੋ ਜਾਣਗੇ। ਪਿਆਰ ਵਾਲਿਓ,
ਤਕਲੀਫਾਂ, ਪਰੇਸ਼ਾਨੀਆਂ, ਦੁੱਖ। ਮੈਂ ਬੇਨਤੀ ਕਰਾਂ, ਆਪਾਂ ਕਵਾਂਗੇ ਕਿ ਜਿਹੜੇ ਬੰਦਗੀ ਕਰਕੇ ਗਏ, ਇਬਾਦਤ ਕਰਕੇ ਗਏ, ਦੁੱਖ ਨੇ ਤੇ ਉਹਨਾਂ ਨੂੰ ਵੀ ਆ ਕੇ ਜੱਫਾ ਪਾਇਆ। ਦੁੱਖ ਦੀ ਵਰਖਾ ਤੇ ਉਹਨਾਂ ਤੇ ਵੀ ਹੋਈ ਜਿਹੜੇ ਬੰਦਗੀ ਕਰਦੇ ਰਹੇ, ਇਬਾਦਤ ਕਰਦੇ ਰਹੇ। ਫਿਰ ਦੁੱਖ ਦੂਰ ਕਿਵੇਂ ਹੋਣਗੇ? ਦੁੱਖ ਭਾਵੇਂ ਆਵੇ, ਤਕਲੀਫ ਭਾਵੇਂ ਜੀਵਨ ਵਿੱਚ ਆਵੇ, ਪਰੇਸ਼ਾਨੀ ਆਵੇ, ਪਰ ਮਨ ਨੂੰ ਗੁਰੂ ਕੀ ਬਾਣੀ ਇੰਨਾ ਕਿ ਮਜ਼ਬੂਤ ਕਰ ਦਿੰਦੀ ਹੈ ਕਿ ਇਹ ਦੁੱਖ ਦੇਖ ਕੇ ਫਿਰ ਘਬਰਾਉਂਦਾ ਨਹੀਂ, ਭਾਵੇਂ ਸਾਹਮਣੇ ਮੌਤ ਹੀ ਕਿਉਂ ਨਾ ਆ ਜਾਵੇ। ਇਹ ਗੁਰੂ ਕੀ ਬਾਣੀ ਦੀ ਕਲਾ ਵਰਤ ਜਾਂਦੀ ਹੈ। ਅਕਾਲੀ ਬਾਣੀ ਖੁਦ ਇਸ ਸਿੱਖ ਨੂੰ ਅਕਾਲੀ ਭਾਵ ਕੇ ਕਾਲ ਤੋਂ ਰਹਿਤ ਕਰ ਦਿੰਦੀ ਹੈ। ਇਹ ਕਾਲ ਦੇ ਗੇੜ ਵਿੱਚ ਨਹੀਂ ਆਉਂਦਾ, ਪਰ ਜਦੋਂ ਉਸ ਅਕਾਲ ਪੁਰਖ ਦਾ ਨਾਮ ਆਧਾਰ ਬਣ ਜਾਵੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ। ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਜੀਵਨ ਦਾ ਆਧਾਰ ਬਣ ਜਾਵੇ। ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਬੇਨਤੀ ਕਰਾਂ ਕਿ ਬਾਹਰ ਸੰਸਾਰ ਦੇ ਵਿੱਚ ਜਦੋਂ ਬਰਸਾਤ ਹੁੰਦੀ ਹੋਵੇ, ਮੀਂਹ ਪੈਂਦਾ ਹੋਵੇ ਨਾ, ਤੇ ਜੇ ਕੋਈ ਸੱਜਣ ਘਰ ਦੇ ਵਿੱਚੋਂ ਬਾਹਰ ਨੂੰ ਜਾਵੇ ਤੇ ਬਰਸਾਤ ਦਾ ਪਾਣੀ, ਮੀਂਹ ਦੀਆਂ ਕਣੀਆਂ ਬਾਹਰ ਗਏ ਸੱਜਣ ਨੂੰ ਗਿੱਲਾ ਕਰਕੇ ਰੱਖ ਦੇਣਗੀਆਂ। ਬਰਸਾਤ ਦਾ ਪਾਣੀ ਆਪਣਾ ਪ੍ਰਭਾਵ ਪਾਵੇਗਾ। ਪਰ ਜੇ ਕੋਈ ਸੱਜਣ ਆਪਣੇ ਘਰ ਤੋਂ ਛਤਰੀ ਲੈ ਕਰਕੇ ਬਾਹਰ ਜਾਵੇ ਤੇ ਬਰਸਾਤ ਦਾ ਪਾਣੀ ਬਹੁਤਾ ਪ੍ਰਭਾਵ ਪਾਵ ਕੇ ਬਹੁਤਾ ਗਿੱਲਾ ਨਹੀਂ ਕਰ ਸਕਦਾ। ਬਸ ਇਸੇ ਤਰ੍ਹਾਂ ਅੱਜ ਸੰਸਾਰ ਦੇ ਵਿੱਚ ਦੁੱਖਾਂ ਤਕਲੀਫਾਂ ਦੀ ਬਰਸਾਤ ਹੁੰਦੀ ਹੈ। ਜਿਹੜੇ ਤੇ ਨਾਮ ਦੀ ਛਤਰੀ ਤੋਂ ਬਿਨਾਂ ਜਾਂਦੇ ਨੇ ਉਹ ਡੋਲ ਜਾਂਦੇ ਨੇ, ਬੇਚੈਨ ਹੋ ਜਾਂਦੇ ਨੇ, ਗਲਕਤ ਹੋ ਜਾਂਦੇ ਨੇ। ਪਰ ਜਿਹੜੇ ਤੇ ਸੰਸਾਰ ਦੇ ਵਿੱਚ ਦੁੱਖਾਂ ਦੀ ਬਰਸਾਤ ਦੇ ਵਿੱਚ ਨਾਮ ਦੀ ਛਤਰੀ, ਬਾਣੀ ਦੀ ਛਤਰੀ, ਗੁਰੂ ਕੇ ਚਰਨਾਂ ਦੀ ਟੇਕ ਦੀ ਛਤਰੀ ਲੈ ਕਰਕੇ ਜਾਂਦੇ ਨੇ, ਉਹਨਾਂ ਤੇ ਦੁੱਖਾਂ ਤਕਲੀਫਾਂ ਦਾ ਪ੍ਰਭਾਵ ਨਹੀਂ ਪੈਂਦਾ। ਉਹ ਦੁੱਖਾਂ ਤਕਲੀਫਾਂ ਦੇ ਵਿੱਚ ਗਲਕਤ ਨਹੀਂ ਹੁੰਦੇ, ਬੇਚੈਨ ਨਹੀਂ ਹੁੰਦੇ। ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹਿ। ਪਿਆਰ ਵਾਲਿਓ, ਸੰਸਾਰ ਤੇ ਭਾਵੇਂ ਅੱਜ ਹਿਰਸ ਕਿਤੇ ਨਾ ਕਿਤੇ ਬੰਦਾ ਇਨਸਾਨ ਦੀ ਰੱਖ ਲੈਂਦਾ, ਪਰ ਵਿਦਵਾਨ ਦੇ ਬੋਲ ਨੇ, ਯਹ ਦੁਨੀਆ ਸਭ ਹਿਰਸ ਹਵਾਏ, ਨਹੀਂ ਹਿਰਸ ਜਿਸ ਫਜ਼ਲ ਖੁਦਾਏ। ਸਾਰੀ ਦੁਨੀਆ ਨੂੰ ਕਿਸੇ ਨਾ ਕਿਸੇ ਦੀ ਹਿਰਸ ਹੈ, ਕਿਸੇ ਨਾ ਕਿਸੇ ਦੀ ਆਸ ਹੈ, ਕਿਸੇ ਨਾ ਕਿਸੇ ਦੀ ਟੇਕ ਹੈ। ਹਿਰਸ ਉਦੋਂ ਹੁੰਦੀ ਹੈ ਜਦੋਂ ਸਾਡੇ ਕੋਲ ਕੱਖ ਹੋਵੇ ਨਾ ਤੇ ਆਸ ਹੈ ਕਿ ਕੋਈ ਦੂਸਰਾ ਦੇ ਦੇਵੇਗਾ, ਕਿਸੇ ਤੇ ਭਰੋਸਾ ਹੈ। ਪਰ ਕਹਿੰਦੇ ਨੇ ਨਹੀਂ ਹਿਰਸ ਜਿਸ ਫਜ਼ਲ ਖੁਦਾਏ, ਕਹਿੰਦੇ ਉਹਦੇ ਕੋਲ ਕਿਸੇ ਦੀ ਫਿਰ ਸੰਸਾਰ ਦੇ ਇਨਸਾਨਾਂ ਦੀ, ਸੰਸਾਰ ਦੇ ਬੰਦਿਆਂ ਦੀ ਹਿਰਸਾਂ ਨਹੀਂ ਹੁੰਦੀਆਂ। ਜਿਹਦੇ ਉੱਤੇ ਖੁਦਾ ਫਜ਼ਲ ਕਰ ਦਵੇ, ਮਿਹਰ ਕਰ ਦਵੇ, ਮਿਹਰਬਾਨ ਖੁਦਾ ਹੋ ਜਾਵੇ। ਕਿਉਂਕਿ ਜਿਹਦੇ ਉੱਤੇ ਖੁਦਾ ਮਿਹਰਬਾਨ ਹੋ ਗਿਆ, ਉਹਦੇ ਘਰ ਦੇ ਵਿੱਚ ਕਿਸੇ ਗੱਲ ਦੀ ਫਿਰ ਕਮੀ ਨਹੀਂ ਰਹਿੰਦੀ। ਅਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰਿਆ, ਜਾ ਤੁਧ ਪਾਵੰਦਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਹੈ। ਤੇ ਉਹ ਵਿਦਵਾਨ ਕਹਿੰਦਾ, ਮੈਂ ਦੇਖਤ ਸੁਨਤ ਜਾਣਤ ਹਾਂ, ਕਾਮਲ ਘਰ ਨਾਨਕ ਸ਼ਾਹ। ਕਹਿੰਦਾ ਮੈਂ ਦੁਨੀਆ ਦੇ ਤਖਤੇ ਤੇ ਜੇ ਦਾਅਵੇ ਨਾਲ ਕਹਿ ਸਕਦਾ ਕਿ ਕਿਸੇ ਘਰ ਦੇ ਵਿੱਚੋਂ ਜੇ ਕਿਸੇ ਬੰਦੇ ਦੀ ਹਰ ਇੱਕ ਆਸ ਪੂਰੀ ਹੋ ਸਕਦੀ ਹੈ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਘਰੋਂ ਹਰ ਇੱਕ ਆਸ ਪੂਰੀ ਹੋ ਸਕਦੀ ਹੈ, ਕਿਤੋਂ ਹੋਰ ਨਹੀਂ ਹੋ ਸਕਦੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਸਥਾਨਾਂ ਦੀ ਵਡਿਆਈ ਹੈ। ਵੇਖੋ ਪਿਆਰਿਓ, ਬੇਆਸਰੇ ਹੋਣ, ਨਿਥਾਵੇ ਹੋਣ, ਨਿਓਟੇ ਹੋਣ, ਤੇ ਦੁਨੀਆ ਦੇ ਤਖਤੇ ਤੇ ਦੁਨੀਆ ਦੇ ਕਿਸੇ ਕੋਨੇ ਤੇ ਵੀ ਨਿਸ਼ਾਨ ਸਾਹਿਬ ਝੁਲਦਾ ਵੇਖ ਲੈਣ ਤੇ ਮਨ ਦੇ ਵਿੱਚ ਇੱਕ ਆਸ ਪੁੱਗ ਜਾਂਦੀ ਹੈ ਕਿ ਨਿਸ਼ਾਨ ਸਾਹਿਬ ਝੁਲ ਰਿਹਾ ਤੇ ਗੁਰੂ ਨਾਨਕ ਸਾਹਿਬ ਦੇ ਇਸ ਘਰੋਂ ਸਾਨੂੰ ਛਕਣ ਲਈ ਭੋਜਨ ਮਿਲੇਗਾ, ਆਤਮਾ ਦੇ ਲਈ ਭਜਨ ਮਿਲੇਗਾ, ਰਹਿਣ ਵਾਸਤੇ ਸਾਨੂੰ ਵਿਸ਼ਰਾਮ ਵਾਸਤੇ ਇੱਥੇ ਜਗ੍ਹਾ ਮਿਲੇਗੀ, ਥਾਂ ਮਿਲੇਗੀ, ਟਿਕਾਣਾ ਮਿਲੇਗਾ। ਭਾਵ ਇਹ ਐਸਾ ਦਰ ਹੈ, ਐਸਾ ਘਰ ਹੈ ਜਿੱਥੇ ਹਰ ਇੱਕ ਆਸ ਪੂਰੀ ਹੁੰਦੀ ਹੈ। ਮੈਂ ਆਪਣੇ ਅਨੁਭਵ 'ਚੋਂ ਇੱਕ ਬਚਨ ਸਾਂਝਾ ਕਰਾਂ ਕਿ ਦਾਸ ਨੂੰ ਇੱਕ ਵਿਦੇਸ਼ੀ ਸੱਜਣ ਮਿਲਿਆ, ਲੰਗਰ ਦੇ ਵਿੱਚ ਬੈਠ ਕਰਕੇ, ਪੰਗਤ ਵਿੱਚ ਬੈਠ ਕਰਕੇ ਲੰਗਰ ਛਕ ਰਿਹਾ ਗੁਰੂ ਨਾਨਕ ਸਾਹਿਬ ਦੇ ਦਰੋਂ ਘਰੋਂ। ਤੇ ਜਦੋਂ ਲੰਗਰ ਦੇ ਸੇਵਾਦਾਰ ਉਸ ਨੂੰ ਪ੍ਰਸ਼ਾਦਾ ਪਕੜਾਉਂਦੇ, ਉਹਦੇ ਨੇਤਰਾਂ ਵਿੱਚ ਜਲ ਭਰ ਆਉਂਦਾ
ਤੇ ਪ੍ਰਸ਼ਾਦੇ ਨੂੰ ਵੀ ਇੱਕ ਵਾਰ ਨਮਸਕਾਰ ਕਰ ਦਿੰਦਾ। ਜੇ ਸੇਵਾਦਾਰ ਦਾਲ ਪਾਉਣ ਤੇ ਸੇਵਾਦਾਰਾਂ ਵੱਲ ਵੇਖ ਕੇ, ਦਾਲੇ ਵੱਲ ਵੇਖ ਕੇ ਤਾਂ ਵੀ ਨਮਸਕਾਰ ਕਰ ਦਿੰਦਾ। ਤੇ ਨੇਤਰਾਂ ਦੇ ਵਿੱਚ ਜਲ ਭਰਿਆ। ਲੰਗਰ ਛਕਣ ਬਾਅਦ ਮੈਂ ਸੁਭਾਵਕ ਹੀ ਪੁੱਛ ਲਿਆ ਕਿ ਭਾਈ ਲੰਗਰ ਛਕਣਾ ਠੀਕ ਹੈ, ਗੁਰੂ ਨਾਨਕ ਸਾਹਿਬ ਦੇ ਘਰੋਂ ਲੰਗਰ ਮਿਲਦਾ, ਪਰ ਇਤਨਾ ਮਨ ਵਿੱਚ ਵੈਰਾਗ ਕਿਹੜੀ ਗੱਲ ਦਾ, ਕੋਈ ਪਰੇਸ਼ਾਨੀ ਤਾਂ ਨਹੀਂ? ਪ੍ਰਸ਼ਾਦੇ ਨੂੰ ਵੇਖ ਕਰਕੇ, ਦਾਲ ਨੂੰ ਵੇਖ ਕਰਕੇ, ਲੰਗਰ ਦੇ ਭੋਜਨ ਨੂੰ ਵੇਖ ਕਰਕੇ ਇਤਨਾ ਵੈਰਾਗ ਕਿਉਂ? ਉਹ ਕਹਿਣ ਲੱਗਾ, ਅੱਜ ਕਲਯੁਗ ਦੇ ਸਮੇਂ ਦੇ ਵਿੱਚ ਜਿਨ੍ਹਾਂ ਦੇਸ਼ਾਂ 'ਚ, ਜਿਨ੍ਹਾਂ ਸ਼ਹਿਰਾਂ ਦੇ ਵਿੱਚ ਬਿਨਾਂ ਮਤਲਬ ਤੋਂ ਕੋਈ ਕਿਸੇ ਨੂੰ ਪਾਣੀ ਵੀ ਨਹੀਂ ਪੁੱਛਦਾ, ਉਹਨਾਂ ਦੇਸ਼ਾਂ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਚਲਾਇਆ 20 ਰੁਪਇਆਂ ਦਾ ਲੰਗਰ ਕਦੇ ਵੀ ਕਿਸੇ ਨੂੰ ਨਾ ਨਹੀਂ ਕਰਦਾ। ਭਾਵ ਇਹ ਉਹ ਸਥਾਨ ਨੇ, ਗੁਰੂ ਨਾਨਕ ਸਾਹਿਬ ਦੇ ਘਰ ਦੀ ਉਹ ਵਡਿਆਈ ਹੈ ਜਿੱਥੇ ਹਰ ਇੱਕ ਮਜ਼ਹਬ ਦੇ ਇਨਸਾਨ ਦੀ ਆਸ ਪੁੱਗਦੀ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐ ਸਿੱਖਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਨੂੰ ਆਧਾਰ ਬਣਾ ਆਪਣੇ ਜੀਵਨ ਦਾ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਕਿ ਜੇ ਅੰਮ੍ਰਿਤ ਵੇਲੇ ਉੱਠ ਕੇ ਮੈਂ ਨਾਮ ਜਪਦਾ ਤਾਂ ਹੀ ਮੈਂ ਜਿਉਂਦਾ, ਤਾਂ ਅਸਲ ਦੇ ਵਿੱਚ ਜੀਵਨ ਹੈ। ਜੇ ਜਪਜੀ ਸਾਹਿਬ ਦਾ ਪਾਠ ਕੀਤਾ ਤਾਂ ਜੀਵਨ ਹੈ। ਜਪਜੀ ਸਾਹਿਬ ਦੇ ਪਾਠ ਤੋਂ ਬਿਨਾਂ ਸਿੱਖ ਦਾ ਜੀਵਨ ਨਹੀਂ। ਪਿਆਰ ਵਾਲਿਓ, ਸਿੱਖ ਪਹਿਰਾਵੇ ਦਾ ਨਾਮ ਨਹੀਂ, ਸਿੱਖ ਲਿਬਾਸ ਦਾ ਨਾਮ ਨਹੀਂ, ਸਿੱਖ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਖਸ਼ੇ ਇਲਾਹੀ ਗੁਣ ਦਾ ਨਾਮ ਹੈ। ਅਸਲ ਦੇ ਵਿੱਚ ਸਿੱਖ ਦਾ ਜੀਵਨ, ਸਿੱਖ ਦਾ ਜਨਮ ਉਦੋਂ ਹੁੰਦਾ ਹੈ ਜਦੋਂ ਇਹ ਅੰਮ੍ਰਿਤ ਵੇਲੇ ਉੱਠ ਕਰਕੇ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਜਦੋਂ ਪੰਜਾਂ ਬਾਣੀਆਂ ਦਾ ਜਾਪ ਕਰਦਾ, ਨਿਤਨੇਮ ਕਰਦਾ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਾ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ, ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਹਿਜ ਪਾਠ ਕਰਦਾ। ਮੈਂ ਅਕਸਰ ਬੇਨਤੀ ਕਰਦਾ ਕਿ ਅੱਜ ਜੀਵਨ ਦੇ ਵਿੱਚ ਕਈ ਵਾਰ ਵੇਖਦੇ ਹਾਂ, ਜਦੋਂ ਮਨ ਡੋਲ ਜਾਵੇ, ਪਰੇਸ਼ਾਨੀ ਆ ਜਾਵੇ, ਕੋਈ ਨਾ ਕੋਈ ਸੱਜਣ ਲੱਭਦੇ ਹਾਂ ਕਿ ਜਿਹਦੇ ਨਾਲ ਮਨ ਦੀ ਗੱਲ ਕਰ ਸਕੀਏ, ਆਪਣਾ ਦੁੱਖ ਦੱਸ ਸਕੀਏ। ਕੋਈ ਨਜ਼ਰ ਨਹੀਂ ਆ ਰਿਹਾ ਜਿਹੜਾ ਸਾਡਾ ਦੁੱਖ ਸੁਣ ਸਕੇ। ਪਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ। ਮਹਾਰਾਜ ਕਹਿੰਦੇ ਹੈ, ਗੁਰੂ ਕਿਆ ਸਿੱਖਾ ਸੰਸਾਰ ਦੇ ਲੋਕਾਂ ਨੂੰ ਪਰੇਸ਼ਾਨੀਆਂ ਦੱਸਦਾ ਫਿਰਦਾ, ਸੰਸਾਰ ਦੇ ਲੋਕਾਂ ਨੂੰ ਦੁੱਖ ਤਕਲੀਫ ਦੱਸਦਾ, ਸੰਸਾਰ ਦੇ ਲੋਕਾਂ ਨੂੰ ਦੁੱਖ ਦੱਸ ਕੇ ਨਾ ਸੋਚੀ ਕਿ ਤੇਰੀ ਮਦਦ ਕਰਨਗੇ, ਤੇਰਾ ਦੁੱਖ ਦੂਰ ਕਰ ਦੇਣਗੇ। ਨਹੀਂ, ਤੇਰਾ ਦੁੱਖ ਦੱਸਣ ਤੋਂ ਬਾਅਦ ਤੇਰੇ ਜਾਣ ਮਗਰੋਂ ਤੇਰੇ ਤੇ ਹੱਸ ਵੀ ਸਕਦੇ ਨੇ, ਤੇਰਾ ਦੁੱਖ ਦੂਰ ਨਹੀਂ ਕਰ ਸਕਦੇ। ਪਰ ਜਦੋਂ ਪਰੇਸ਼ਾਨੀ ਹੋਵੇ, ਤਕਲੀਫ ਹੋਵੇ, ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਆਈ, ਕੜਾਹ ਪ੍ਰਸ਼ਾਦ ਦੀ ਦੇਗ ਕਰਾਈ, ਇੱਥੇ ਆ ਕੇ ਜਪਜੀ ਸਾਹਿਬ ਦਾ, ਸੁਖਮਨੀ ਸਾਹਿਬ ਦਾ ਪਾਠ ਕਰੀ ਤੇ ਅਰਦਾਸ ਕਰਕੇ ਹੁਕਮਨਾਮਾ ਲਵੀਂ। ਤੈਨੂੰ ਤੇਰੇ ਕੀਤੇ ਹੋਏ ਸਵਾਲ ਦਾ ਜਵਾਬ ਗੁਰੂ ਸਾਹਿਬ ਜ਼ਰੂਰ ਦੇਣਗੇ। ਤੇ ਕੇਵਲ ਜਵਾਬ ਦੇਣਗੇ ਨਹੀਂ, ਬਲਕਿ ਤੇਰੇ ਜੀਵਨ ਦੇ ਦੁੱਖ ਵੀ ਦੂਰ ਕਰ ਦੇਣਗੇ। ਤੇ ਪਿਆਰ ਵਾਲਿਓ, ਕੇਵਲ ਦੁੱਖ ਦੂਰ ਕਰਦੇ ਨਹੀਂ, ਫਿਰ ਵਿਵੇਕ ਬੁੱਧ ਵੀ ਬਖਸ਼ ਦਿੰਦੇ ਨੇ। ਦੈਨਹਾਰ ਬੁੱਧ ਵਿਵੇਕ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦਰੋਂ ਘਰੋਂ, ਗੁਰੂ ਨਾਨਕ ਸਾਹਿਬ ਦੇ ਦਰੋਂ ਘਰੋਂ ਉਹ ਵਿਵੇਕ ਬੁੱਧੀ ਮਿਲ ਜਾਂਦੀ ਹੈ, ਜਿਸ ਵਿਵੇਕ ਬੁੱਧੀ ਦੇ ਨਾਲ ਸਾਡਾ ਇਹ ਜੀਵਨ ਸੁਚੱਜੇ ਰਾਹ ਤੇ ਚੱਲ ਪੈਂਦਾ। ਗ੍ਰਸਤੀਆਂ ਦਾ ਜੀਵਨ ਸੁਚੱਜੇ ਰਾਹ ਤੇ ਚੱਲ ਪੈਂਦਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਸੁਚੱਜਾ ਗ੍ਰਸਤੀ ਬਣਾਇਆ। ਭੁਲੇਖਾ ਪੈ ਗਿਆ ਸੰਸਾਰ ਦੇ ਲੋਕਾਂ ਨੂੰ, ਰੱਬ ਨੂੰ ਲੱਭਣ ਘਰ ਦਾ ਤਿਆਗ ਕਰਕੇ ਚੱਲ ਪਏ, ਰੱਬ ਨੂੰ ਲੱਭਣ ਜੰਗਲਾਂ ਵਿੱਚ ਚਲੇ ਗਏ ਤੇ ਗ੍ਰਸਤੀਆਂ ਨੂੰ ਕੁਚੱਜਾ ਮਾਰਗ ਦੱਸਣ ਲੱਗ ਪਏ। ਪਰ ਸਤਿਗੁਰੂ ਕਹਿੰਦੇ, ਜਿਹੜਾ ਗ੍ਰਸਤੀ ਅੰਮ੍ਰਿਤ ਵੇਲੇ ਪਰਿਵਾਰ ਨਾਲ ਬੈਠ ਕੇ ਜਪਦਾ ਹੈ, ਆਪਣੇ ਬੱਚਿਆਂ ਦੇ ਨਾਲ ਬੈਠ ਕੇ ਜਪਦਾ, ਉਹਦਾ ਰਾਹ ਕੁਚੱਜਾ ਨਹੀਂ, ਉਹਦਾ ਰਾਹ ਸਭ ਤੋਂ ਸੁਚੱਜਾ ਹੈ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ। ਅੱਗੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਨਮਸਕਾਰ ਰਖਨਹਾਰ, ਮਨ ਅਰਾਧ ਪ੍ਰਭੂ ਮੇਕ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚੋਂ ਹਰ ਇੱਕ ਆਸ ਪੂਰੀ ਹੁੰਦੀ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਚਰਨਾਂ ਦੇ ਪ੍ਰੀਤੀ ਲਾਣ ਦੇ ਨਾਲ ਸਭ ਦੁੱਖ ਦੂਰ ਹੁੰਦੇ ਨੇ, ਤਕਲੀਫਾਂ ਦੂਰ ਹੁੰਦੀਆਂ। ਇਸ ਸੰਸਾਰ ਦੇ ਬੰਦੇ ਨੂੰ ਵਿਵੇਕ ਬੁੱਧੀ ਮਿਲਦੀ ਹੈ। ਕਿਤੇ ਯਤਨ ਕਰਿਆ ਕਰ, ਉਹਨੂੰ ਰੋਜ਼ਾਨਾ ਨਮਸਕਾਰ ਕਰਿਆ ਕਰ।
ਪਿਆਰਿਓ, ਆਪਾਂ ਜਾਪ ਸਾਹਿਬ ਪੜ੍ਹਦੇ ਆ ਨਾ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਕੈਸੀ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ। ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਕਰਮ ਨਾਮ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਲੈ ਕਰਕੇ ਉਸ ਨੂੰ ਨਮਸਕਾਰ ਕੀਤੀ। ਨਮਸਤੰ ਅਕਾਲੇ ਨਮਸਤੰ ਕਿਰਪਾਲੇ। ਕਿਤੇ ਰੋਜ਼ਾਨਾ ਸੁਰਤ ਦੇ ਨਾਲ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਦਾ ਪ੍ਰੇਮ ਨਾਲ ਜਾਪ ਕਰੇ, ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿ ਹੇ ਕਾਲ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ। ਹੇ ਕਿਰਪਾਲੂ ਦਿਆਲੂ ਸਤਿਗੁਰੂ, ਆਪ ਸਦਾ ਹੀ ਸਾਡੇ ਤੇ ਮਿਹਰ ਕਰਦੇ ਹੋ, ਬਖਸ਼ਿਸ਼ਾਂ ਕਰਦੇ ਹੋ, ਰਹਿਮਤਾਂ ਕਰਦੇ ਹੋ, ਆਪ ਜੀ ਨੂੰ ਨਮਸਕਾਰ ਹੈ। ਕਿਤੇ ਉਸ ਪਰਮਾਤਮਾ ਨੂੰ ਮਹਿਸੂਸ ਕਰਕੇ ਆਪਣੇ ਮਨ ਦੇ ਅੰਦਰ ਰੋਜ਼ਾਨਾ ਨਮਸਕਾਰ ਕਰੇ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ ਕਿ ਇੱਕ ਵਾਰ ਨਹੀਂ, ਤੂੰ ਲੱਖਾਂ ਵਾਰ ਵੀ ਉਸ ਗੁਰੂ ਦੇ ਚਰਨਾਂ ਦੇ ਵਿੱਚ, ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣਾ ਮੱਥਾ ਰਗੜੇ, ਨਮਸਕਾਰ ਕਰੇ ਤੇ ਤਾਂ ਵੀ ਥੋੜਾ ਹੈ। ਮਨ ਤਨ ਬਲਿਹਾਰੀ ਦਰਸਾਰੀ, ਕੋਟ ਕੋਟ ਬੰਦਨ ਨਮਸਕਾਰਾ। ਸਤਿਗੁਰੂ ਕਹਿੰਦੇ ਕਿ ਜਦੋਂ ਮੈਂ ਉਸ ਅਕਾਲ ਪੁਰਖ ਦੇ ਦਰਸ਼ਨ ਕਰਦਾ ਨਾ, ਤੇ ਮਨ ਤਨ ਬਲਿਹਾਰੇ ਜਾਂਦਾ ਮੇਰਾ। ਮਨ ਤਨ ਬਲਿਹਾਰੀ ਦਰਸਾਰੀ, ਕੋਟ ਕੋਟ ਬੰਦਨ ਨਮਸਕਾਰਾ। ਕਹਿੰਦੇ ਇੱਕ ਵਾਰ ਨਮਸਕਾਰ ਕੀਤਿਆਂ ਵੀ ਗੱਲ ਨਹੀਂ ਬਣਦੀ, ਕਰੋੜਾਂ ਵਾਰ ਵੀ ਨਮਸਕਾਰ ਕਰੀਏ ਤਾਂ ਵੀ ਗੁਰੂ ਕਾ ਜਸ ਸੰਪੂਰਨ ਰੂਪ ਵਿੱਚ ਨਹੀਂ ਗਾਇਆ ਜਾ ਸਕਦਾ। ਕਿਉਂਕਿ ਉਸ ਪਰਮਾਤਮਾ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਬਖਸ਼ਿਸ਼ਾਂ ਸਾਡੇ ਤੇ ਕੀਤੀਆਂ ਖਾਲਸਾ ਜੀ, ਉਹ ਅਸੀਂ ਇਸ ਜੀਵਨ ਦੇ ਵਿੱਚ ਸੋਚ ਵੀ ਨਹੀਂ ਸਕਦੇ। ਕਈ ਵਾਰ ਸਾਨੂੰ ਉਹਦੀ ਦਿੱਤੀ ਹੋਈ ਦਾਤ ਭੁੱਲ ਜਾਂਦੀ ਹੈ, ਪਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਦੇ ਵੀ ਦਾਤ ਦੇਣੀ ਨਹੀਂ ਭੁੱਲਦਾ। ਮੈਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਇੱਕ ਝਲਕ ਮਾਤਰ ਸਾਖੀ ਆਪ ਜੀ ਦੇ ਸਨਮੁਖ ਰੱਖਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ, ਪਿਆਰ ਵਾਲਿਓ, ਗੁਰਦੁਆਰਾ ਹੀਰਾ ਘਾਟ ਸਾਹਿਬ ਵਿਖੇ ਸਜੇ ਹੋਏ ਸਨ। ਤੇ ਆਪਾਂ ਸਾਰੇ ਜਾਣਦੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਬਾਦਸ਼ਾਹ ਨੇ ਇੱਕ ਬਹੁਤ ਬੇਸ਼ੁਮਾਰ ਕੀਮਤੀ ਹੀਰਾ ਉਹ ਸਤਿਗੁਰੂ ਜੀ ਨੂੰ ਅਰਪਣ ਕਰਨ ਦੇ ਲਈ, ਭੇਟਾ ਦੇ ਵਿੱਚ ਦੇਣ ਦੇ ਲਈ ਸਤਿਗੁਰੂ ਦੇ ਦਰਬਾਰ ਦੇ ਵਿੱਚ ਲਿਆਇਆ। ਤੇ ਮਨ ਦੇ ਵਿੱਚ ਇਹ ਚਾਹ ਵੀ ਸੀ, ਮਨ ਦੇ ਵਿੱਚ ਫੁਰਨਾ ਵੀ ਉੱਠਦੇ ਸਨ ਕਿ ਇਹੋ ਜਿਹਾ ਬੇਸ਼ੁਮਾਰ ਕੀਮਤੀ ਹੀਰਾ ਹੋ ਸਕਦਾ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਹੋਰ ਨਾ ਹੋਵੇਗਾ, ਕਿਉਂਕਿ ਇਸ ਹੀਰੇ ਦੀ ਕੀਮਤ ਕਈ ਨਗਰ ਹੈ, ਕਈ ਜਗੀਰਾਂ ਹਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਆਇਆ, ਨਮਸਕਾਰ ਕੀਤੀ, ਸਤਿਗੁਰੂ ਦੇ ਚਰਨਾਂ ਦੇ ਵਿੱਚ ਉਹ ਬੇਸ਼ੁਮਾਰ ਕੀਮਤੀ ਹੀਰਾ ਅਰਪਣ ਕੀਤਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚੋਜੀ ਪਿਆਰੇ ਸਤਿਗੁਰੂ ਨੇ ਹੀਰਾ ਤੱਕਿਆ, ਹੀਰੇ ਨੂੰ ਤੱਕ ਕਰਕੇ ਨਿਗਾਹ ਭਰ ਕੇ ਬਾਦਸ਼ਾਹ ਨੂੰ ਵੇਖਿਆ ਤੇ ਕਲਗੀਧਰ ਪਾਤਸ਼ਾਹ ਜੀ ਨੇ ਹੀਰਾ ਦਰਿਆ ਦੇ ਵਿੱਚ ਸੁੱਟ ਦਿੱਤਾ। ਤੇ ਬਾਦਸ਼ਾਹ ਕਹਿਣ ਲੱਗਾ, ਇਤਨਾ ਬੇਸ਼ੁਮਾਰ ਕੀਮਤੀ ਹੀਰਾ ਦਰਿਆ ਵਿੱਚ ਸੁੱਟ ਦਿੱਤਾ, ਲੱਗਦਾ ਕੀਮਤ ਤੋਂ ਅਣਜਾਣ ਨੇ, ਪਰ ਭੋਲੇ ਬਾਦਸ਼ਾਹ ਨੂੰ ਕੌਣ ਦੱਸੇ, ਅਣਜਾਣ ਬਾਦਸ਼ਾਹ ਨੂੰ ਕੌਣ ਦੱਸੇ, ਤੂੰ ਆ ਸੰਸਾਰ ਦੇ ਹੀਰਿਆਂ ਦੀ ਗੱਲ ਕਰਦਾ, ਇਹਨਾਂ ਹੀਰਿਆਂ ਦਾ ਤੇ ਫਿਰ ਵੀ ਮੁੱਲ ਪੈ ਸਕਦਾ ਹੈ, ਪਰ ਜਿਹੜੇ ਹੀਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡੇ ਦੀ ਪੋਲ ਵਿੱਚੋਂ ਸਾਜ ਦਿੰਦੇ ਨੇ, ਉਹਨਾਂ ਹੀਰਿਆਂ ਦਾ ਕੋਈ ਮੁੱਲ ਨਹੀਂ ਦੱਸ ਸਕਦਾ। ਭਾਈ ਦਇਆ ਸਿੰਘ ਦੀ ਕੀਮਤ ਕੋਈ ਦੱਸ ਨਹੀਂ ਸਕਦਾ, ਭਾਈ ਧਰਮ ਸਿੰਘ ਦੇ ਪ੍ਰੇਮ ਦਾ ਕੋਈ ਮੁੱਲ ਨਹੀਂ ਲਾ ਸਕਦਾ, ਉਹਨਾਂ ਪੰਜਾਂ ਦੇ ਪਿਆਰ ਦਾ ਕੋਈ ਮੁੱਲ ਨਹੀਂ ਲਾ ਸਕਦਾ ਜਿਨ੍ਹਾਂ ਕਲਗੀਧਰ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਹੀ ਅਰਪਣ ਕਰ ਦਿੱਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਐਸੇ ਹੀਰੇ ਬਣਾਉਂਦੇ ਨੇ, ਸੰਸਾਰ ਦੇ ਨਕਲੀ ਹੀਰੇ ਨਹੀਂ ਬਣਾਉਂਦੇ। ਸਤਿਗੁਰੂ ਨੂੰ ਕਹਿਣ ਲੱਗਾ, ਇਤਨਾ ਬੇਸ਼ੁਮਾਰ ਕੀਮਤੀ ਹੀਰਾ ਦਰਿਆ ਵਿੱਚ, ਮਹਾਰਾਜ ਕੀਮਤ ਤੋਂ ਅਣਜਾਣ ਹੋ। ਸਤਿਗੁਰੂ ਕਹਿਣ ਲੱਗੇ, ਬਾਦਸ਼ਾਹ ਘਬਰਾਉਣਾ ਕਿਉਂ ਹੈ, ਜਾ ਦਰਿਆ ਵਿੱਚ ਜਾ ਕੇ ਆਪਣਾ ਹੀਰਾ ਲੱਭ ਲੈ। ਜਦੋਂ ਪਿਆਰ ਵਾਲਿਓ ਦਰਿਆ ਵਿੱਚ ਆਇਆ, ਦਰਿਆ ਵਿੱਚ ਹੀਰਾ ਚੁੱਕਣ ਲੱਗਾ ਤੇ ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਕਿ ਦਰਿਆ ਦੇ ਵਿੱਚ ਉਸ ਨੂੰ ਉਸ ਹੀਰੇ ਤੋਂ ਵੱਧ ਬੇਸ਼ੁਮਾਰ ਕੀਮਤੀ ਹੀਰੇ ਵੀ ਨਜ਼ਰ ਆਏ, ਵੱਧ ਬੇਸ਼ੁਮਾਰ ਕੀਮਤੀ ਹੀਰੇ ਨਜ਼ਰ ਆਏ। ਤੇ ਮਨ ਵਿੱਚ ਸੋਚਣ ਲੱਗਾ ਕਿ ਕਲਗੀਧਰ ਦੱਸਣਾ ਚਾਹੁੰਦੇ ਨੇ, ਬਾਦਸ਼ਾਹ ਤੇਰੇ ਹੀਰੇ ਤੋਂ ਵੱਧ ਕੀਮਤੀ ਹੀਰੇ ਮੇਰੇ ਦਰਬਾਰ ਵਿੱਚ ਨੇ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ
ਅਗੰਮੀ ਸਿੱਖਿਆ ਦਿੰਦੇ ਨੇ। ਸੰਸਾਰ ਦੀਆਂ ਸਿੱਖਿਆਵਾਂ, ਸੰਸਾਰ ਦੀਆਂ ਮਿਟ ਜਾਣ ਵਾਲੀਆਂ ਦਾਤਾਂ ਨਹੀਂ ਦਿੰਦੇ, ਅਗੰਮੀ ਦਾਤਾਂ ਦਿੰਦੇ ਨੇ। ਜਦੋਂ ਮੂੰਹ ਜਿਹਾ ਲਮਕਾ ਕੇ ਦੁਬਾਰਾ ਫਿਰ ਕਲਗੀਧਰ ਜੀ ਦੇ ਦਰਬਾਰ ਵਿੱਚ ਆਇਆ ਤੇ ਮਨ ਵਿੱਚ ਉਹੀ ਫੁਰਨਾ ਸੀ ਕਿ ਸ਼ਾਇਦ ਪਾਤਸ਼ਾਹ ਦੱਸਣਾ ਚਾਹੁੰਦੇ ਨੇ ਕਿ ਤੇਰੇ ਹੀਰੇ ਤੋਂ ਵੱਧ ਕੀਮਤੀ ਹੀਰੇ ਮੇਰੇ ਦਰਬਾਰ ਵਿੱਚ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਬਾਦਸ਼ਾਹ ਮੈਂ ਤੈਨੂੰ ਇਹ ਨਹੀਂ ਦੱਸਣਾ ਚਾਹੁੰਦਾ ਕਿ ਤੇਰੇ ਹੀਰੇ ਤੋਂ ਵੱਧ ਕੀਮਤੀ ਹੀਰੇ ਮੇਰੇ ਦਰਬਾਰ 'ਚ ਨੇ। ਮੈਂ ਤੇ ਇਹ ਦੱਸਣਾ ਚਾਹੁੰਦਾ ਕਿ ਤੂੰ ਇੱਕ ਹੀਰੇ ਦੀ ਕੀਮਤ ਨੂੰ ਵੇਖ ਕਰਕੇ ਮਾਣ ਕਰ ਬੈਠਾ। ਸੰਸਾਰ ਦੇ ਵਿੱਚ ਇਸ ਹੀਰੇ ਤੋਂ ਵੱਧ ਕੀਮਤੀ ਹੀਰੇ ਵੀ ਮਿਲ ਸਕਦੇ ਨੇ, ਪਰ ਉਸ ਖੁਦਾ ਨੇ, ਉਸ ਅੱਲਾ ਨੇ, ਉਸ ਪਰਮਾਤਮਾ ਨੇ ਜਿਹੜੇ ਸਵਾਸਾਂ ਰੂਪੀ ਹੀਰੇ ਤੈਨੂੰ ਦਿੱਤੇ ਨੇ, ਉਹ ਕਿਸੇ ਵੀ ਕੀਮਤ ਤੇ ਤੈਨੂੰ ਸੰਸਾਰ ਤੋਂ ਨਹੀਂ ਮਿਲਣਗੇ ਜੇ ਇੱਕ ਵਾਰ ਇਹ ਹੀਰਾ ਗਵਾਚ ਗਿਆ। ਸੱਚ ਹੈ ਪਿਆਰ ਵਾਲਿਓ, ਸੰਸਾਰ ਦੇ ਪਦਾਰਥ ਕਦੇ ਵੀ ਕਿਸੇ ਨਾ ਕਿਸੇ ਕੀਮਤ ਤੇ ਪ੍ਰਾਪਤ ਹੋ ਜਾਂਦੇ ਆ, ਪਰ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਕੋਈ ਕੀਮਤ ਨਹੀਂ ਲਾ ਸਕਦਾ। ਇਹ ਸਵਾਸ ਕਿਸੇ ਵੀ ਕੀਮਤ ਤੇ ਮਿਲ ਨਹੀਂ ਸਕਦੇ ਜੇ ਸਵਾਸਾਂ ਦੀ ਪੂੰਜੀ ਇੱਕ ਵਾਰ ਪੂਰੀ ਹੋ ਜਾਵੇ। ਇਹ ਸਰੀਰ ਦੇ ਅੰਗ ਹੀ ਪਰਮਾਤਮਾ ਨੇ ਐਸੇ ਬਣਾਏ ਨੇ, ਜੇ ਕਿਤੇ ਇੱਕ ਅੱਧਾ ਅੰਗ ਵੀ ਖੰਡਿਤ ਹੋ ਜਾਵੇ ਤੇ ਦੁਬਾਰਾ ਉਸ ਤਰ੍ਹਾਂ ਦਾ ਬਿਲਕੁਲ ਹੂਬਹੂ ਅੰਗ ਕਿਸੇ ਕੀਮਤ ਤੇ ਨਹੀਂ ਮਿਲੇਗਾ। ਸੰਸਾਰ ਦੇ ਬਣਾਏ ਅੰਗਾਂ ਦੇ ਵਿੱਚ ਕੁਝ ਨਾ ਕੁਝ ਅੰਤਰ ਰਹਿ ਹੀ ਜਾਏਗਾ। ਭਾਵ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਵਿੱਚ ਜੁੜਿਆ ਕਰੀਏ, ਰੋਜ਼ਾਨਾ ਉਸ ਨੂੰ ਨਮਸਕਾਰ ਕਰਿਆ ਕਰੀਏ, ਜਿਹਦੀਆਂ ਦਿੱਤੀਆਂ ਦਾਤਾਂ ਦਾ ਮੁੱਲ ਹੀ ਕੋਈ ਨਹੀਂ ਤੇ ਜਿਹਦੀ ਦਿੱਤੀ ਦਾਤ ਦਾ ਮੁੱਲ ਕੋਈ ਨਾ ਹੋਵੇ, ਜਿਹਦੇ ਅੱਗੇ ਚਾਰਾ ਕੋਈ ਨਾ ਚੱਲਦਾ ਹੋਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ। ਜਿਹਦੇ ਅੱਗੇ ਚਾਰਾ ਨਾ ਚੱਲਦਾ ਹੋਵੇ, ਉਹਦੇ ਚਰਨਾਂ 'ਚ ਫਿਰ ਤੇ ਸਦਾ ਨਮਸਕਾਰ ਹੀ ਕਰਨੀ ਚਾਹੀਦੀ, ਉਹਦੇ ਚਰਨਾਂ ਵਿੱਚ ਸਦਾ ਨਮਸਕਾਰ ਕਰਨੀ ਚਾਹੀਦੀ ਹੈ, ਉਹਨੂੰ ਸਦਾ ਚੇਤੇ ਕਰਨਾ ਚਾਹੀਦਾ, ਕਿਉਂਕਿ ਨਮਸਕਾਰ ਰਖਨਹਾਰ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਸਦਾ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਬਚਾਉਂਦਾ ਏ, ਸਾਡੀ ਰੱਖਿਆ ਕਰਦਾ ਏ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਗੁਰੂ ਦੇ ਸ਼ਬਦ ਦਾ ਅਭਿਆਸ ਸਾਡੇ ਆਲੇ ਦੁਆਲੇ ਐਸਾ ਵਾਤਾਵਰਨ ਪੈਦਾ ਕਰ ਦਿੰਦਾ ਕਿ ਸੰਸਾਰ ਦੀਆਂ ਮਾੜੀਆਂ ਤਰੰਗਾਂ ਫਿਰ ਨੇੜੇ ਨਹੀਂ ਆਉਂਦੀਆਂ। ਜਿਹੜੇ ਨਾਮ ਜਪਦੇ ਨੇ, ਬੰਦਗੀ ਕਰਦੇ ਅਭਿਆਸੀ ਗੁਰਸਿੱਖ, ਆਪਾਂ ਕਦੇ ਸੁਭਾਵਕ ਹੀ ਇਹ ਬਚਨ ਕਰ ਦਿੰਦੇ ਆ ਕਿ ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਦੇ ਨੇ, ਗੁਰੂ ਸਾਹਿਬ ਨੂੰ ਚੌਰ ਸਾਹਿਬ ਕਰਦੇ ਨੇ, ਉਹਨਾਂ ਦਾ ਅਹੁਰਾ ਬੜਾ ਸ਼ੁੱਧ ਆ, ਉਹਨਾਂ ਦਾ ਜੀਵਨ ਬੜਾ ਸਾਫ਼ ਪਵਿੱਤਰ ਆ, ਕਿਉਂਕਿ ਉਹਨਾਂ ਦੇ ਉੱਤੇ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ, ਗੁਰੂ ਦਾ ਸ਼ਬਦ ਬਖਸ਼ ਦਿੱਤਾ ਤੇ ਗੁਰੂ ਦੇ ਸ਼ਬਦ ਨੇ ਆਲਾ ਦੁਆਲਾ ਸੁਚੱਜਾ ਬਣਾ ਦਿੱਤਾ, ਪਵਿੱਤਰ ਕਰ ਦਿੱਤਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ। ਨਾਨਕ ਪ੍ਰਭ ਅਵਿਨਾਸੀ ਤਾਕੀ ਸੇਵ ਨਾ ਬਿਰਥੀ ਜਾਸੀ। ਸਤਿਗੁਰੂ ਕਹਿੰਦੇ ਉਹਨੂੰ ਨਮਸਕਾਰ ਕਰਕੇ, ਉਹਦੀ ਸੇਵਾ ਕਰਕੇ ਤਾਂ ਵੇਖ, ਗੁਰੂ ਦੇ ਚਰਨਾਂ ਦੇ ਵਿੱਚ ਕੀਤੀ ਹੋਈ ਸੇਵਾ ਕਦੇ ਵਿਰਥੀ ਨਹੀਂ ਜਾਂਦੀ, ਵਿਅਰਥ ਨਹੀਂ ਜਾਂਦੀ। ਜਿਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੇ ਆ ਕੇ ਕਿਸੇ ਇੱਕ ਸੰਗਤ ਦੇ ਸੱਜਣ ਦਾ ਵੀ ਜੋੜਾ ਝਾੜ ਦਿੱਤਾ, ਗੁਰੂ ਘਰੋਂ ਦਾਤ ਉਹ ਵੀ ਲਿਜਾਊਗਾ। ਇੱਥੇ ਕੀਤੀ ਖਿੰਨ ਮਾਤਰ ਸੇਵਾ ਵੀ ਵਿਅਰਥ ਨਹੀਂ ਜਾਂਦੀ। ਜਿਹਨੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆ ਕੇ ਲੰਗਰ ਦੇ ਵਿੱਚ ਸੰਗਤ ਦੇ ਜੂਠੇ ਭਾਂਡੇ ਮਾਂਜ ਲਏ, ਉਹਦੀ ਕੀਤੀ ਸੇਵਾ ਵਿਅਰਥ ਨਹੀਂ ਜਾਵੇਗੀ। ਜਿਹਨੇ ਇਸ ਗੁਰੂ ਕੇ ਚਰਨਾਂ ਦੇ ਵਿੱਚ ਦਸਵੰਧ ਕੱਢ ਦਿੱਤਾ, ਦਸਵੰਧ ਭਾਵੇਂ ਲੱਖਾਂ ਦਾ ਕੱਢੇ, ਭਾਵੇਂ ਰੁਪਈਏ ਦਾ ਕੱਢੇ, ਪਰ ਸੱਚ ਹੈ ਸੇਵਾ ਵਿਅਰਥ ਨਹੀਂ ਜਾਵੇਗੀ। ਤਾਂ ਕਿ ਸੇਵ ਨਾ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਸਤਿਗੁਰੂ ਕਹਿੰਦੇ ਜਿਹੜੇ ਉਹਦੇ ਦਾਸ ਬਣ ਜਾਂਦੇ ਨੇ ਉਹ ਸਦਾ ਖੇੜੇ ਵਿੱਚ ਰਹਿੰਦੇ ਨੇ, ਸਦਾ ਆਨੰਦ ਵਿੱਚ ਰਹਿੰਦੇ ਨੇ। ਕਿਉਂ? ਕਿਉਂਕਿ ਗੁਰੂ ਨੂੰ ਜਪ ਕੇ, ਵਾਹਿਗੁਰੂ ਗੁਰੂ ਮੰਤਰ ਨੂੰ ਜਪ ਕੇ ਮਨ ਦੀਆਂ ਆਸਾਵਾਂ ਪੂਰੀਆਂ ਹੋ ਜਾਂਦੀਆਂ, ਇਛਾਵਾਂ ਪੂਰੀਆਂ ਹੋ ਜਾਂਦੀਆਂ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ। ਵੇਖੋ ਆਪਾਂ ਤੇ ਗੁਰੂ ਕੇ ਚਰਨਾਂ ਵਿੱਚ ਆਉਂਦੇ ਹਾਂ ਕੁਝ ਨਾ ਕੁਝ ਸੋਚ ਕੇ ਕਿ ਅੱਜ ਦਾਤ ਮੰਗਾਂਗੇ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੂੰ ਇੱਕ ਵਾਰ ਉਹਦੇ ਨਾਮ ਦੇ ਵਿੱਚ ਸੁਰਤ ਜੋੜ, ਉਹਦੇ ਨਾਮ ਨੂੰ ਚੇਤੇ ਵਿੱਚ ਲਿਆ,
ਜੇ ਉਹਦਾ ਨਾਮ ਜਪਾਂਗੇ, ਗੁਰੂ ਦਰਬਾਰ ਦੇ ਵਿੱਚ ਆ ਕੇ ਹਾਜ਼ਰੀਆਂ ਭਰਾਂਗੇ, ਸੇਵਾ ਸਿਮਰਨ ਕਰਾਂਗੇ, ਤੇ ਸੱਚ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰੋਂ ਘਰੋਂ ਉਹ ਦਾਤ ਵੀ ਮਿਲ ਜਾਵੇਗੀ ਜਿਹੜੀ ਦਾਤ ਬਾਰੇ ਕਦੇ ਗੁਰੂ ਕੇ ਸਿੱਖ ਨੇ ਸੋਚਿਆ ਵੀ ਨਾ ਹੋਵੇਗਾ। ਭਾਵ ਗੁਰੂ ਨਾਨਕ ਸਾਹਿਬ ਦੇ ਘਰ ਦੀ ਇਹ ਵਡਿਆਈ ਹੈ, ਬੰਦਾ ਉਹ ਸੋਚ ਵੀ ਨਹੀਂ ਸਕਦਾ ਗੁਰੂ ਸਾਹਿਬ ਦੇ ਘਰੋਂ ਜਿਹੜੀ ਦਾਤ ਮਿਲ ਜਾਂਦੀ ਹੈ। ਅੱਜ ਦਾਤ ਲੈਣ ਆਏ ਆ, ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰ ਰਹੇ ਆ, ਪਰ ਜੇ ਕਿਤੇ ਗੁਰੂ ਕੋਲੋਂ ਆ ਕੇ ਗੁਰੂ ਦਾ ਨਾਮ ਮੰਗ ਲਈਏ ਤੇ ਸੱਚ ਹੈ ਗੁਰੂ ਦਾ ਨਾਮ ਫਿਰ ਦਾਤਾਂ ਵੰਡਣ ਦੇ ਸਮਰੱਥ ਵੀ ਬਣਾ ਦਿੰਦਾ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆਏ, ਗੁਰੂ ਦਾ ਨਾਮ ਮੰਗਿਆ, ਗੁਰੂ ਨੂੰ ਮੰਗਿਆ, ਤੇ ਪਿਆਰ ਵਾਲਿਓ ਦਾਤਾਂ ਵੰਡਣ ਦੇ ਸਮਰੱਥ ਬਣਾ ਦਿੱਤਾ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਦੇ ਦਰਬਾਰ ਦੇ ਵਿੱਚ ਗੁਰੂ ਨੂੰ ਮੰਗਣ ਆਏ, ਅੰਦਰ ਨਾਮ ਦਾ ਦੀਪ ਜਗਾਉਣ ਆਏ, ਨਾਮ ਦਾ ਦੀਪ ਜਗਿਆ, ਸਤਿਗੁਰੂ ਨੇ ਦਾਤਾਂ ਵੰਡਣ ਸਮਰੱਥ ਬਣਾ ਦਿੱਤਾ। ਇਹ ਗੁਰੂ ਦੇ ਨਾਮ ਦੀ ਕਲਾ ਹੈ, ਇਹ ਗੁਰੂ ਕੇ ਚਰਨਾਂ ਦੀ ਬਖਸ਼ਿਸ਼ ਹੈ, ਗੁਰੂ ਕੇ ਚਰਨਾਂ ਦੀ ਰਹਿਮਤ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਸ ਰੱਖਣਹਾਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰ, ਕਿਉਂਕਿ ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਕੇਵਲ ਇੱਕੋ ਸੁਆਮੀ ਅਕਾਲ ਪੁਰਖ ਹੈ ਜਿਹੜਾ ਇਸ ਇਨਸਾਨ ਨੂੰ ਰੱਖ ਰਿਹਾ ਹੈ, ਜਿਹੜਾ ਇਸ ਕਲਯੁਗ ਦੇ ਪ੍ਰਕੋਪ ਦੇ ਵਿੱਚ ਵੀ ਇਸ ਇਨਸਾਨ ਦੀ ਰੱਖਿਆ ਕਰ ਰਿਹਾ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਪਰਮਾਤਮਾ ਸਿਰ ਤੇ ਹੱਥ ਦੇ ਕੇ ਰੱਖ ਲੈਂਦਾ ਹੈ। ਸਿੰਘ ਸਾਹਿਬ ਬੰਦੀ ਛੋੜ ਦਿਵਸ ਪ੍ਰਥਾਏ ਬਚਨ ਕਰ ਰਹੇ ਸਨ। ਖਾਲਸਾ ਜੀ ਆ 400 ਸਾਲਾ ਬੰਦੀ ਛੋੜ ਦਿਵਸ ਦਾ ਚੱਲ ਰਿਹਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਉਸ ਕਿਲੇ ਦੇ ਵਿੱਚ ਜਦੋਂ ਜਾ ਕਰਕੇ ਸੁਭਾਏਮਾਨ ਹੋਏ। ਮੈਂ ਬੇਨਤੀ ਅਕਸਰ ਕਰਦਾ, ਕਿਲੇ ਬੜੇ ਹੋਣਗੇ, ਇੱਥੇ ਵੀ ਲਾਲ ਕਿਲਾ, ਪਰ ਸੰਗਤਾਂ ਉਸ ਗਵਾਲੀਅਰ ਦੇ ਕਿਲੇ ਨੂੰ ਨਮਸਕਾਰਾਂ ਤਾਂ ਕਰਦੀਆਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਸੁਭਾਏਮਾਨ ਹੋਏ, ਤੇ ਜਦੋਂ ਪਿਆਰ ਵਾਲਿਓ ਗੁਰੂ ਨੇ ਆਪਣਾ ਪ੍ਰਤਾਪ ਵਿਖਾਇਆ, ਗੁਰੂ ਨੇ ਕਲਾ ਵਿਖਾਈ, ਗੁਰੂ ਨੇ ਬਖਸ਼ਿਸ਼ਾਂ ਕੀਤੀਆਂ। ਪਿਆਰ ਵਾਲਿਓ ਅੱਜ ਵੀ ਕਿਲੇ ਦੇ ਦਰਸ਼ਨ ਕਰੋ ਤੇ ਸੱਚਮੁੱਚ ਮਹਿਸੂਸ ਹੁੰਦਾ ਹੈ ਕਿ ਅੱਜ ਵੀ ਇੱਥੇ 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰੂ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਅੱਜ ਵੀ 6ਵੇਂ ਪਾਤਸ਼ਾਹ ਇੱਥੇ ਰਹਿਮਤਾਂ ਵਰਤਾਉਂਦੇ ਨੇ। ਤੇ ਪਿਆਰ ਵਾਲਿਓ ਵੇਖੋ, ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਉਣ ਲਈ ਚਾਲਾ ਪਾਉਣ ਲੱਗੇ, ਤੇ ਉਹਨਾਂ 52 ਰਾਜਿਆਂ ਨੇ ਵੀ ਤੇ ਅਕਸਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਟੇਕ ਨੂੰ ਤੱਕਿਆ। ਉਹਨਾਂ 52 ਰਾਜਿਆਂ ਨੇ ਵੀ ਤੇ ਨਮਸਕਾਰ ਕੀਤੀ। ਤਾਂ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਨੇ ਉਹਨਾਂ ਨੂੰ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਉਹਨਾਂ ਦੀ ਰੱਖਿਆ ਕੀਤੀ। ਸਤਿਗੁਰੂ ਨੇ ਉਹਨਾਂ ਦੀ ਆਸ ਪੁਗਾਈ, ਉਹਨਾਂ ਦੀ ਰੱਖਿਆ ਕੀਤੀ। ਕਿਉਂ? ਕਿਉਂਕਿ ਉਹਨਾਂ ਨੇ ਗੁਰੂ ਕੇ ਚੋਲੇ ਦੀ ਕਲੀਆਂ ਦਾ ਆਸਰਾ ਤੱਕ ਲਿਆ। ਤੇ ਮੈਂ ਬੇਨਤੀ ਕਰਦਾ ਕਿ ਜੇ ਰਾਜਿਆਂ ਨੇ ਗੁਰੂ ਕੇ ਚਰਨਾਂ ਦੇ, ਗੁਰੂ ਕੇ ਚੋਲੇ ਦੀ ਕਲੀਆਂ ਦਾ ਆਸਰਾ ਤੱਕਿਆ, ਗੁਰੂ ਨੇ ਗਵਾਲੀਅਰ ਦੀ ਕੈਦ ਤੋਂ ਬਾਹਰ ਕਰ ਦਿੱਤਾ, ਤੇ ਜੇ ਆਪਾਂ ਚਾਹੁੰਦੇ ਹਾਂ ਦੁੱਖਾਂ ਤਕਲੀਫਾਂ ਦੀ ਕੈਦ ਤੋਂ ਬਾਹਰ ਆਉਣਾ, ਜੇ ਆਪਾਂ ਚਾਹੁੰਦੇ ਹਾਂ ਪਰੇਸ਼ਾਨੀਆਂ ਦੀ ਕੈਦ ਤੋਂ ਬਾਹਰ ਆਉਣਾ, ਫਿਰ ਜਿਵੇਂ ਰਾਜਿਆਂ ਨੇ ਚੋਲੇ ਦੀ ਕਲੀਆਂ ਦਾ ਆਸਰਾ ਤੱਕਿਆ, ਆਪਾਂ ਗੁਰਬਾਣੀ ਦੀ ਪੰਕਤੀਆਂ ਦਾ ਆਸਰਾ ਤੱਕੀਏ, ਇਹ ਪੰਕਤੀ ਰੂਪ ਕਲੀਆਂ ਦਾ ਆਸਰਾ ਤੱਕੀਏ। ਤੇ ਸੱਚ ਹੈ ਜਿਵੇਂ ਉਹ ਗਵਾਲੀਅਰ ਦੀ ਕੈਦ ਤੋਂ ਬਾਹਰ ਆ ਗਏ, ਗੁਰੂ ਨੇ ਰਹਿਮਤ ਕਰਕੇ ਬਖਸ਼ਿਸ਼ਾਂ ਕਰਕੇ ਪਿਆਰਿਓ ਸਾਨੂੰ ਵੀ ਦੁੱਖਾਂ ਤਕਲੀਫਾਂ ਦੀ ਕੈਦ ਤੋਂ ਬਾਹਰ ਲੈ ਆਉਣਾ, ਕਿਉਂਕਿ ਨਮਸਕਾਰ ਰੱਖਣ ਹਰ ਮਨ ਅਰਾਧ ਪ੍ਰਭੂ ਮੇਕ। ਸੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜੋ 400 ਸਾਲਾ ਸਮੁੱਚਾ ਹੀ ਗੁਰੂ ਕਾ ਖਾਲਸਾ ਪੰਥ ਇਸ ਧਰਤੀ ਤੇ ਮਨਾਉਂਦਾ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਕਿਰਪਾ ਕਰਨ, ਸੱਚਮੁੱਚ ਸਾਡੀ ਵੀ ਬੰਦ ਖਲਾਸੀ ਹੋ ਜਾਵੇ, ਸਾਡੇ ਹਿਰਦੇ ਦੇ ਵਿੱਚ ਵੀ ਨਾਮ ਵਸ ਜਾਵੇ। ਪਰ ਕਦੋਂ ਵਸੇਗਾ? ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੰਤ ਰੇਨ ਕਰੋ ਮੱਜਨ ਨਾਨਕ ਪਾਵੈ ਸੁਖ ਅਨੇਕ। ਸਤਿਗੁਰੂ ਕਹਿੰਦੇ ਸੰਤਾਂ ਦੀ ਚਰਨਾਂ ਦੀ ਧੂੜੀ ਦੇ ਨਾਲ ਮੱਜਣ ਕਰ ਲਾ। ਹੁਣ ਆਪਾਂ ਕਹਾਂਗੇ ਵੀ ਕਿਵੇਂ ਕਰੀਏ? ਪਿਆਰ ਵਾਲਿਓ, ਜੋ ਗੁਰੂ ਕੇ ਸਿੱਖ ਗੁਰਮੁਖ ਪਿਆਰੇ
ਜੋ ਰੱਬ ਦੇ ਪਿਆਰੇ ਸਿੱਖਿਆ ਦਿੰਦੇ ਨੇ, ਕਿਤੇ ਉਹਨਾਂ ਨੂੰ ਮਨ ਦੇ ਵਿੱਚ ਵਸਾਈਏ, ਜੀਵਨ ਦੇ ਵਿੱਚ ਉਹਨਾਂ ਸਿੱਖਿਆਵਾਂ ਨੂੰ ਲਾਗੂ ਕਰੀਏ, ਜੀਵਨ ਦੇ ਵਿੱਚ ਰੱਬ ਦੇ ਪਿਆਰਿਆਂ ਦੀ ਸਿੱਖਿਆ ਨੂੰ ਸੁਣ ਕਰਕੇ ਕ੍ਰਾਂਤੀ ਲਿਆਈਏ। ਤੇ ਸੱਚ ਹੈ, ਸੰਤਾਂ ਦੇ ਚਰਨਾਂ ਦੀ ਧੂੜੀ ਦੇ ਨਾਲ ਮੱਜਣ ਹੋ ਜਾਂਦਾ, ਇਸ਼ਨਾਨ ਹੋ ਜਾਂਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜੇ ਕਿਤੇ ਗੁਰੂ ਕਾ ਸਿੱਖ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਇਹ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਖਾਕ ਬਣ ਜਾਵੇ, ਉਸ ਖਾਕ ਦੇ ਨਾਲ ਮੱਜਣ ਕਰ ਲਵੇ। ਤੇ ਸਤਿਗੁਰੂ ਕਹਿੰਦੇ, ਨਾਨਕ ਪਾਵੈ ਸੁਖ ਅਨੇਕ, ਇੱਕ ਨਹੀਂ ਅਨੇਕਾਂ ਹੀ ਸੁੱਖ ਗੁਰੂ ਕੇ ਚਰਨਾਂ ਤੋਂ ਇਹਦੀ ਝੋਲੀ ਵਿੱਚ ਪੈ ਜਾਣਗੇ। ਆਪਾਂ ਤੇ ਕਿਤੇ ਇੱਕ ਅੱਧਾ ਸੁੱਖ ਲੈਣ, ਇੱਕ ਅੱਧੀ ਦਾਤ ਲੈਣ ਆਉਂਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਕ ਨਹੀਂ ਅਨੇਕਾਂ ਹੀ ਸੁੱਖ ਦੀ ਝੋਲੀ ਦੇ ਵਿੱਚ ਪੈ ਜਾਣਗੇ। ਗੁਰੂ ਕੇ ਚਰਨਾਂ ਦੀ ਇਹ ਵਡਿਆਈ ਹੈ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ, ਭਾਈ ਉਸ ਪਰਮਾਤਮਾ ਦੇ ਚਰਨਾਂ ਦੀ ਟੇਕ ਟਿਕਾਓ, ਤਾਂ ਹੀ ਇਸ ਭਵਸਾਗਰ ਤੋਂ ਪਾਰ ਉਤਾਰਾ ਹੈ। ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਨੇ, ਆਪ ਸਭ ਸੰਗਤਾਂ ਨੇ ਬਖਸ਼ ਦੇਣਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਸਵਾਸਾਂ ਦੀ ਲੜੀ ਬਖਸ਼ ਕੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਾਏ। ਮਹਾਰਾਜ ਕਿਰਪਾ ਕਰਨ, ਕੱਲ੍ਹ ਵੀ ਇਸੇ ਤਰ੍ਹਾਂ ਹਾਜ਼ਰੀ ਭਰਵਾਉਣ। ਆਪ ਸਭ ਸੰਗਤਾਂ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਇੱਥੇ ਹੀ ਆਪਾਂ ਅਖੀਰਲੀ ਪੰਕਤੀ ਸਰਵਣ ਕਰਕੇ ਖਿਮਾ ਦੇ ਜਾਚਕ ਹੋਈਏ ਜੀ। ਨਮਸਕਾਰ ਰਖਨਹਾਰ, ਮਨ ਅਰਾਧ ਪ੍ਰਭੂ ਮੇਕ, ਸੰਤ ਰੇਨ ਕਰੋ ਮੱਜਨ, ਨਾਨਕ ਪਾਵੈ ਸੁਖ ਅਨੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।